ਆਪਸ 'ਚ ਗੱਲ ਹੁੰਦੀ ਹੈ ਕਹਿੰਦੇ ਨੇ ਬਾਈ ਤੇਰਾ ਕਿੰਨੇ ਇੰਚ ਦਾ ਡੋਲਾ ਹੈ। ਤੁਹਾਨੂੰ ਵੀ ਕਦੀ ਕੋਈ ਪੁੱਛਿਆ? ਬਹੁਤ ਵਾਰ ਪੁੱਛਿਆ ਕਿੰਨੇ ਇੰਚ ਦਾ ਡੋਲਾ ਹੈ। ਮੈਂ ਮਾਪਦੀ ਨਹੀਂ ਆ ਬਟ ਕਹਿੰਦੀ ਹਾਂ ਕੋਈ ਨਾ ਤੁਹਾਡੇ ਤੋਂ ਵੱਡਾ ਹੀ ਹੈ। ਅਕਸਰ ਹੀ ਅਸੀਂ ਕੁੜੀਆਂ ਨੂੰ ਦੇਖਦੇ ਹਾਂ ਵੀ ਉਹ ਕਹਿੰਦੇ ਨੇ ਜਾਂ ਤਾਂ ਅਸੀਂ ਬਿਊਟੀ ਲਾਈਨ ਚੂਜ਼ ਕਰੀਏ ਜਾਂ ਫਿਰ ਇੰਜੀਨੀਅਰਿੰਗ ਲਾਈਨ, ਡਾਕਟਰ ਲਾਈਨ, ਮਤਲਬ ਕੁੜੀਆਂ ਦੇ ਲਈ ਬਹੁਤ ਸਾਰੇ ਰਾਹ ਖੁੱਲ੍ਹ ਗਏ। ਬਟ ਇਸ ਫੀਲਡ ਦੇ ਵਿੱਚ ਸਰਵਾਈਵ ਕਰਨਾ ਤੇ ਇਸ ਫੀਲਡ 'ਚ ਇੰਨਾ ਮੈਡਲਸ ਵਗੈਰਾ ਜਿੱਤਣੇ, ਇਹ ਕਿਸ ਤਰ੍ਹਾਂ ਬਣਿਆ? ਮੇਰੇ ਹਸਬੈਂਡ ਨੇ ਮੇਰੀ ਬਹੁਤ ਸਪੋਰਟ ਕੀਤੀ ਹੈ। ਟੱਚਵੁੱਡ ਮੁਸ਼ਕਿਲ ਆਈ ਹੈ ਸ਼ੁਰੂ 'ਚ, ਉਹਨਾਂ ਨੇ ਕਿਹਾ ਤੂੰ ਕਿਉਂ ਕਰਦੀ ਰਹਿੰਦੀ ਹੈ, ਆਪਣਾ ਘਰ ਦਾ ਕੰਮ ਛੱਡ ਕੇ ਤੂੰ ਪਹਿਲੇ ਉੱਥੇ ਪਹੁੰਚ ਜਾਣੀ ਹੈ ਜਿਮ, ਤੇ ਘਰ ਦਾ ਕੰਮ ਵੀ ਮੁਕਾਓ ਆਪਣਾ, ਉਹ ਵੀ ਕਰੋ। ਬਟ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਕਿ ਘਰ ਦਾ ਕੰਮ ਕਰਦੇ ਆਏ ਬਸ ਘਰ ਦੇ ਕੰਮ ਤੇ ਕਦੀ ਖਤਮ ਹੀ ਨਹੀਂ ਹੁੰਦੇ। ਦਿੱਕਤ ਉਦੋਂ ਵੀ ਆਉਂਦੀ ਹੈ ਜਦੋਂ ਇੱਕ ਪ੍ਰੈਗਨੈਂਸੀ ਤੋਂ ਬਾਅਦ ਨਾਲ ਲੇਡੀ ਦੀ ਬੋਡੀ 'ਚ ਕਾਫੀ ਜ਼ਿਆਦਾ ਚੇਂਜਸ ਆਉਂਦੇ ਤਾਂ ਉਸ ਟਾਈਮ ਵਰਕਆਊਟ ਤੇ ਜ਼ਿਆਦਾ ਕੰਸਨਟ੍ਰੇਸ਼ਨ ਦੇਣਾ ਪੈਂਦਾ, ਤਾਂ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਮੈਨੇਜ ਕੀਤਾ? ਐਕਚੁਅਲ 'ਚ ਮੇਰਾ ਸੁਪਨਾ ਸੀ 에ਅਰ ਹੋਸਟਸ ਬਣਨ ਦਾ ਉਦੋਂ, ਹਾਂ, ਜਾਂ ਡਾਂਸ ਮੈਨੂੰ ਕਰਨਾ ਬਹੁਤ ਅੱਛਾ ਲੱਗਦਾ ਸੀ ਔਰ ਡਾਂਸਿੰਗ 'ਚ ਤੇ ਚਲੋ ਇੰਨਾ ਉਦੋਂ ਸੀਗਾ ਨਹੀਂ। 에ਅਰ ਹੋਸਟਸ ਵਾਸਤੇ ਪਾਪਾ ਬਣੇ ਨਹੀਂ ਤੇ ਉਹਨਾਂ ਨੇ ਕਿਹਾ ਬਸ ਸਿੰਪਲ BA ਕਰੋ, ਉਹਦੇ ਬਾਅਦ ਸਿੰਪਲ ਸ਼ਾਦੀ, ਕੁਝ ਵੀ। ਵੇਟ ਤੇ ਮੈਂ ਚੱਕ ਲੈਂਦੀ ਹਾਂ, ਡੈਡ ਲਿਫਟ ਲਗਾ ਲੈਂਦੀ ਹਾਂ, ਜਿਵੇਂ 130 ਕਿਲੋ ਤੱਕ ਦੀ, 130 140 ਸ਼ੁਰੂ ਕੀਤੀ ਹੈ ਔਰ ਸਕੁਆਟ ਲਗਾ ਲੈਂਦੀ ਹਾਂ 120 ਤੱਕ ਦੇ, ਹਾਂਜੀ। ਔਰ ਬੈਂਚ ਪ੍ਰੈਸ ਹੈ ਉਹ 70 75 ਤੱਕ ਪਹੁੰਚ ਗਈ ਹੈ। अगर तुसी वे प्रोटीन ਲਈ ਜਾ ਰਹੇ ਹੋ ਔਰ ਵਰਕਆਊਟ ਨਹੀਂ ਕਰ ਰਹੇ ਤੇ ਉਹ ਗਲਤ ਹੈ, ਉਹ ਗਲਤ ਹੈ। ਐ ਨਹੀਂ ਕਿ ਤੁਹਾਡੇ ਟ੍ਰੇਨਰ ਨੇ ਕਹਿਤਾ ਕਿ ਪ੍ਰੋਟੀਨ ਲੈ ਲਓ ਔਰ ਤੁਸੀਂ ਪ੍ਰੋਟੀਨ ਲਈ ਜਾ ਰਹੇ ਹੋ ਔਰ ਵਰਕਆਊਟ ਕਰ ਨਹੀਂ ਰਹੇ ਹੋ ਉਸ ਹਿਸਾਬ ਦਾ। ਨਹੀਂ, ਕੁੜੀਆਂ ਤੋਂ ਨਾ ਤਾਂ ਉਹਨਾਂ ਦੀ ਉਮਰ ਪੁੱਛਣੀ ਚਾਹੀਦੀ ਹੈ ਨਾ ਹੀ weight ਪੁੱਛਣਾ ਚਾਹੀਦਾ, ਪਰ ਮੈਂ ਤੁਹਾਨੂੰ ਪੁੱਛਣਾ ਜ਼ਰੂਰ। ਉਮਰ ਮੇਰੀ 42 ਹੈ, ਹਾਂ, ਬਟ ਜਿਵੇਂ ਜਿਵੇਂ ਮੈਨੂੰ ਲੱਗ ਰਿਹਾ ਮੇਰੀ ਉਮਰ ਵੱਧਦੀ ਜਾ ਰਹੀ ਹੈ, ਮੈਨੂੰ ਜ਼ਿੰਦਗੀ ਜੀਣ ਦਾ ਮਜ਼ਾ ਆਉਂਦਾ ਜਾ ਰਿਹਾ। ਫਿਜ਼ੀਕਲੀ ਮੈਨੂੰ ਬਹੁਤ ਦਿੱਕਤ ਆਈ ਹੈ, ਮੇਰਾ ਟੈਨਿਸ ਐਲਬੋ ਹੋ ਗਿਆ ਸੀ ਤੇ ਡਾਕਟਰ ਨੇ ਕਿਹਾ ਸੀ 2.5-3 ਕਿਲੋ ਤੋਂ ਜ਼ਿਆਦਾ ਡੰਬਲ ਨਹੀਂ ਚੱਕਣਾ। ਉਦੋਂ ਮੈਂ ਬਹੁਤ ਜ਼ਿਆਦਾ ਹੋ ਗਈ ਸੀ, ਮੈਂ 2-2.5 ਮਹੀਨੇ ਜਿਮ ਨਹੀਂ ਸੀ ਕੀਤਾ। ਉਹਨਾਂ ਨੇ ਕਿਹਾ ਅਗਰ ਚੱਕੋਗੇ ਤੇ ਇਹਦਾ ਆਪਰੇਸ਼ਨ ਕਰਾਉਣਾ ਪਏਗਾ, ਬਟ 2-2.5 ਮਹੀਨੇ ਮੈਂ ਕੁਝ ਨਹੀਂ ਸੀ ਕੀਤਾ, ਘਰ ਬੈਠੀ ਰਹਿੰਦੀ ਸੀ, ਬਸ ਨॉर्मल ਖਾਣਾ ਹਾਊਸ ਨॉर्मल, ਜਿਵੇਂ बनाना खाना, बस चपातियाँ ये वो, कुछ प्रोटीन नहीं, कुछ नहीं। साड़ी फील्ड ਇਹੋ ਜਿਹੀ ਹੈਗੀ ਹੈ ਕਿ ਪੇਰੈਂਟਸ ਨਾਰਾਜ਼ ਹੋ ਜਾਂਦੇ ਆ, ਬਟ ਕੁਝ ਚੀਜ਼ਾਂ ਅਸੀਂ ਪੇਰੈਂਟਸ ਨੂੰ ਵੀ ਨਹੀਂ ਸਮਝਾ ਸਕਦੇ, ਉਹਨਾਂ ਨੂੰ ਸਮਝਣਾ ਪਏਗਾ। ਅਸੀਂ ਨਹੀਂ ਸਮਝਾ ਸਕਦੇ, ਉਹਦਾ ਕੋਈ ਰੀਜ਼ਨ ਨਹੀਂ ਹੈ, ਅਸੀਂ ਉਹਨਾਂ ਨੂੰ ਹਰਟ ਨਹੀਂ ਕਰਨਾ ਚਾਹੁੰਦੇ, ਬਟ ਅਸੀਂ ਨਹੀਂ ਸਮਝਾ ਸਕਦੇ। ਉਹਦਾ ਇੱਕੋ ਆਨਸਰ ਹੈ ਕਿ ਉਹ ਬੰਦ ਕਰਕੇ ਜਦੋਂ ਸਕਸੈਸ ਆਏਗੀ ਤੁਹਾਡੀ, ਆਪਣੀ ਮਿਹਨਤ ਕਰਦੇ ਜਾਓ। ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ, ਮੈਂ ਤੁਹਾਡੇ ਨਾਲ ਨਵਦੀਪ ਮਾਨ। ਪੰਜਾਬੀ ਦੇ ਵਿੱਚ ਇੱਕ ਗੀਤ ਬੜਾ ਮਕਬੂਲੀਅਤ ਉਸਨੇ ਹਾਸਲ ਕੀਤੀ ਸੀ, ਇੰਨੀ ਡੋਲਿਆਂ 'ਚ ਜਾਨ ਥੰਮ ਦਈ ਦਾ ਤੂਫਾਨ, ਅੜ ਜਾਂਦੇ ਆ ਪਹਾੜ ਵਾਂਗੂ ਨਹੀਂ ਹੋ ਗੱਜਦੇ, ਜਿੱਥੋਂ ਲੰਘੀ ਦਾ ਐਵੇਂ ਨਹੀਂ ਲੋਕੀ ਰਾਹ ਛੱਡਦੇ। ਜਦੋਂ ਡੋਲਿਆਂ ਦੀ ਗੱਲ ਆਉਂਦੀ ਹੈ ਤਾਂ ਅਕਸਰ ਹੀ ਅਸੀਂ ਵੇਖਦੇ ਹਾਂ ਕਿ ਲੰਮੇ ਲੰਮੇ ਸੋਹਣੇ ਗੱਭਰੂ ਜੋ ਨੇ ਡੋਨਾਂ ਦੇ ਡੋਲੇ ਬਣਾਏ ਹੁੰਦੇ ਨੇ, ਜਿਸ ਨੂੰ ਵੇਖ ਕੇ ਹਰ ਇੱਕ ਨੂੰ ਮਾਣ ਮਹਿਸੂਸ ਹੁੰਦਾ ਹੈ। ਪਰ ਕੀ ਕਦੇ ਤੁਸੀਂ ਸੁਣਿਆ ਕਿਸੇ ਕੁੜੀ ਦੇ ਵੀ ਡੋਲੇ ਹੋ ਸਕਦੇ ਨੇ? ਸੁਣ ਕੇ ਹੈਰਾਨੀ ਹੋਈ ਨਾ? ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮੁਟਿਆਰ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦੇ ਡੋਲਿਆਂ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਈਨ ਮਨਾਈ ਹੈ ਤੇ ਮਿਸ ਏਸ਼ੀਆ ਬ੍ਰੌਂਜ਼ ਮੈਡਲ ਵੀ ਇਹਨਾਂ ਨੇ ਹਾਸਲ ਕੀਤਾ। ਸਾਡੇ ਨਾਲ ਗੱਲਬਾਤ ਕਰਨ ਲਈ ਸਵੀਤੀ ਮਹਾਜਨ ਮੈਮ ਨੇ। ਮੈਮ ਸਵਾਗਤ। ਹੈਲੋ ਮੈਮ, ਕਿਵੇਂ ਹੋ ਮੈਮ? ਮੈਂ ਬਿਲਕੁਲ ਵਧੀਆ, ਤੁਸੀਂ ਸੁਣਾਓ, ਤੁਸੀਂ ਕਿਵੇਂ? ਮੈਂ ਵੀ ਵਧੀਆ। ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਾਂਗੀ ਤੁਹਾਡੀ ਇੰਨੀ ਖੂਬਸੂਰਤੀ ਦਾ ਰਾਜ਼। ਫਿਟਨੈਸ ਮੈਮ, ਔਰ ਆਪਣਾ ਖੁਸ਼ ਰਹਿਣਾ ਹੈ, ਹਾਂਜੀ, ਵਧੀਆ ਖਾਣਾ ਹੈ, ਹਾਂਜੀ, ਔਰ ਨੈਗੇਟਿਵ ਨਹੀਂ ਕਦੀ ਸੋਚਣਾ, ਵਧੀਆ ਸੋਚਣਾ ਹੈ, ਖੁਸ਼ ਰਹਿਣਾ ਹੈ। ਸੁਮਿਤੀ ਜੀ, ਜਦੋਂ ਨਾ ਮੁੰਡਿਆਂ 'ਚ ਆਪਸ 'ਚ ਗੱਲ ਹੁੰਦੀ ਹੈ ਕਹਿੰਦੇ ਨੇ ਬਾਈ ਤੇਰਾ ਕਿੰਨੇ ਇੰਚ ਦਾ ਡੋਲਾ ਹੈ? ਤੁਹਾਨੂੰ ਵੀ ਕਦੀ ਕੋਈ ਪੁੱਛਿਆ? ਬਹੁਤ ਵਾਰ ਪੁੱਛਿਆ ਕਿੰਨੇ ਇੰਚ ਦਾ ਡੋਲਾ ਹੈ। ਮੈਂ ਮਾਪਦੀ ਨਹੀਂ ਆ ਬਟ ਕਹਿੰਦੀ ਹਾਂ ਕੋਈ ਨਾ ਤੁਹਾਡੇ ਤੋਂ ਵੱਡਾ ਹੀ ਹੈ। ਹਾਂਜੀ, ਕੈਮਰੇ ਤੇ ਦਿਖਾ ਦਿਓ। ਹਾਂਜੀ ਜੀ, ਦੇਖੋ ਵੱਡੇ ਵੱਡਿਆਂ ਨੂੰ ਮਾਤ ਪਾਉਂਦਾ ਇਹ ਡੋਲਾ। ਥੈਂਕ ਯੂ ਜੀ,
ਤੇ ਮੈਮ ਅਕਸਰ ਹੀ ਅਸੀਂ ਕੁੜੀਆਂ ਨੂੰ ਦੇਖਦੇ ਹਾਂ ਵੀ ਉਹ ਕਹਿੰਦੇ ਨੇ ਜਾਂ ਤਾਂ ਅਸੀਂ ਬਿਊਟੀ ਲਾਈਨ ਚੂਜ਼ ਕਰੀਏ ਜਾਂ ਫਿਰ ਇੰਜੀਨੀਅਰਿੰਗ ਲਾਈਨ, ਡਾਕਟਰ ਲਾਈਨ, ਮਤਲਬ ਕੁੜੀਆਂ ਦੇ ਲਈ ਬਹੁਤ ਸਾਰੇ ਰਾਹ ਖੁੱਲ ਗਏ। ਬਟ ਇਸ ਫੀਲਡ ਦੇ ਵਿੱਚ ਸਰਵਾਈਵ ਕਰਨਾ ਤੇ ਇਸ ਫੀਲਡ 'ਚ ਇੰਨਾ ਮੈਡਲਸ ਵਗੈਰਾ ਜਿੱਤਣੇ, ਇਹ ਕਿਸ ਤਰ੍ਹਾਂ ਬਣਿਆ ਸਰ? ਮੈਮ ਇਹ ਫੀਲਡ ਜਿੰਨੀ ਦੇਖੀ ਜਾਏ ਉਨੀ ਆਸਾਨ ਨਹੀਂ ਹੈ। ਇਹ ਬਹੁਤ ਔਖੀ ਫੀਲਡ ਹੈ, ਸਪੈਸ਼ਲੀ ਲੜਕੀਆਂ ਵਾਸਤੇ, ਉਹ ਵੀ ਸਾਡੇ ਇੰਡੀਆ ਵਿੱਚ। ਇੰਡੀਆ ਵਿੱਚ ਸ਼ਾਇਦ ਕੁਝ ਜਗ੍ਹਾ ਹੈ, ਮੈਟਰੋ ਸਿਟੀਜ਼ ਹੈਗੀਆਂ ਜਿੱਥੇ ਕੁੜੀਆਂ ਫਿਟਨੈਸ 'ਚ ਕਾਫੀ ਅੱਗੇ ਜਾ ਰਹੀਆਂ। ਸਾਡੇ ਹਰਿਆਣਾ ਦੀ ਕੁੜੀਆਂ ਵੀ ਬਹੁਤ ਅੱਗੇ ਜਾ ਰਹੀਆਂ, ਬਟ ਬੋਡੀ ਬਿਲਡਿੰਗ ਨੂੰ ਇੱਕ ਅਲੱਗ ਤਰੀਕੇ ਨਾਲ ਦੇਖਿਆ ਜਾਂਦਾ ਹੈ। ਉਹ ਬਹੁਤ ਹੀ ਸੋਹਣੀ ਇੱਕ ਗੇਮ ਹੈ ਜਿਹਨੂੰ ਤੁਸੀਂ ਸਾਰਾ ਸਾਲ ਆਪਣਾ ਮਸਲ ਬਣਾਉਣ 'ਚ ਲਾ ਦਿੰਦੇ ਹੋ ਤੇ ਸਟੇਜ 'ਚ ਜਾ ਕੇ ਉਹ ਦਿਖਦਾ ਹੈ। ਬਟ ਕਈ ਲੋਕ ਜਿਵੇਂ ਤੇ ਸਾਡੇ ਪੰਜਾਬ 'ਚ ਜਾਂ ਕਿਤੇ ਵੀ ਨਹੀਂ ਸਮਝ ਪਾਉਂਦੇ, ਉਹ ਇਹਨੂੰ ਥੋੜਾ ਗਲਤ ਸਮਝਦੇ ਹੈ ਕਿ ਇਹਨੇ ਡੋਲੇ ਬਣਾਉਣੇ ਹੈ ਤੇ ਉੱਥੇ ਸਟੇਜ ਕੀ ਪਾ ਕੇ ਚੜ੍ਹਨਾ ਹੈ। ਉਹ ਇਹ ਨਹੀਂ ਸਮਝਦੇ ਕਿ ਉਹ ਇੱਕ ਮਸਲ ਬਣਾਉਣ 'ਚ ਸਾਡੀ ਪੂਰਾ ਸਾਲ 6-6 ਮਹੀਨੇ 7-7 ਮਹੀਨੇ ਜਾਂ 5-5 ਸਾਲ ਦੇ ਜੋ ਐਥਲੀਟ ਖੇਲ ਰਹੇ ਆ ਉਹ ਲੱਗ ਜਾਂਦੇ, ਚਾਹੇ ਉਹ ਲੜਕੀ ਹੋ ਚਾਹੇ ਲੜਕਾ। ਤੇ ਲੜਕੀਆਂ ਵਾਸਤੇ ਤਾਂ ਇਹ ਬਹੁਤ ਔਖਾ ਹੈ। ਉਹਨਾਂ ਨੂੰ ਕਹਿ ਦਿੱਤਾ ਜਾਂਦਾ ਜਾਂ ਡਾਕਟਰ ਬਣੋ, ਨਾਨ ਮੈਡੀਕਲ ਕਰ ਲਓ। ਹਾਂ, ਖੇਡਾਂ 'ਚ ਚਲੇ ਜਾਓ, ਬੈਡਮਿੰਟਨ ਹੈ ਜਿਵੇਂ, ਜਾਂ ਹੋਰ ਬਹੁਤ ਖੇਲਾਂ ਹੈਗੀਆਂ ਜਿਸ 'ਚ ਕੁੜੀਆਂ ਨੂੰ ਕਰ ਦਿੰਦੇ ਆ। ਬਟ ਬੋਡੀ ਬਿਲਡਿੰਗ 'ਚ ਆਉਣਾ ਇੱਕ ਬਹੁਤ ਵੱਡਾ ਫੈਸਲਾ ਹੈ। ਉਹ ਵੀ ਕੁੜੀਆਂ ਵਾਸਤੇ ਤਾਂ ਸ਼ਾਇਦ ਥੋੜਾ ਜਿਹਾ ਹੋ ਜਾਏ। ਮੈਂ ਐਜ਼ ਅ ਮਦਰ ਬੋਡੀ ਬਿਲਡਿੰਗ 'ਚ ਮੈਰਿਡ ਹੋ? ਮੈਂ ਮੈਰਿਡ ਹਾਂ, ਹਾਂਜੀ। ਕਿ ਬੜੇ ਲੋਕਾਂ ਨੂੰ ਹੈਰਾਨਗੀ ਹੋਏਗੀ ਵੈਸੇ ਇਹ ਗੱਲ। ਹਾਂਜੀ, ਥੈਂਕ ਯੂ ਜੀ। ਮੈਰਿਡ ਹੈਗੀ ਹਾਂ ਔਰ ਮੇਰੀ 2 ਬੇਟੀਆਂ ਹੈਗੀਆਂ, ਹਾਂਜੀ। ਔਰ ਦੋਨੋਂ ਇੱਕ 20 ਇਅਰਸ ਦੀ ਹੈਗੀ ਹੈ, ਕਾਲਜ 'ਚ ਜਾ ਰਹੀ ਹੈ ਹੁਣ, ਔਰ ਇੱਕ +2 'ਚ ਹੈਗੀ ਹੈ 18 ਇਅਰਸ ਦੀ, ਹਾਂਜੀ। ਤੇ ਇਸ ਏਜ 'ਚ ਆ ਕੇ ਇੰਨੀ ਮਤਲਬ ਐਜ਼ ਅ ਮਦਰ, ਵਾਈਫ, ਕਿਸੇ ਦੀ ਬਹੂ ਹੋਣਾ, ਬੇਟੀ ਹੋਣਾ, ਤੇ ਇਸ ਬੋਡੀ ਬਿਲਡਿੰਗ ਵਿੱਚ ਆਉਣਾ ਇੰਨਾ ਆਸਾਨ ਨਹੀਂ ਸੀ। ਬਟ ਮੈਂ ਲੋਕਾਂ ਦੀ ਨਹੀਂ ਸੁਣੀ, ਮੈਂ ਆਪਣੀ ਸੁਣੀ, ਕਿਉਂਕਿ ਮੈਨੂੰ ਪਤਾ ਮੈਂ ਡੰਬਲ ਅੱਛੇ ਖਾਸੇ ਚੱਕ ਲੈਂਦੀ ਹਾਂ ਵੇਟ, ਤਾਂ ਉਹਨੂੰ ਕਿਸੇ ਅੱਛੇ ਤਰੀਕੇ ਨਾਲ ਯੂਜ਼ ਕੀਤਾ ਜਾਏ, ਨਾ ਕਿ ਬਸ ਆਏ ਜਿਮ ਕੀਤਾ ਤੇ ਘਰ ਚਲੇ ਗਏ। ਤਾਂ ਫਿਟਨੈਸ ਲੈਵਲ ਤੇ ਅੱਛਾ ਹੈ ਅੱਜ ਕੱਲ੍ਹ, ਬਹੁਤ ਲੇਡੀਜ਼ ਕਰ ਰਹੀਆਂ। ਬਟ ਮੈਨੂੰ ਲੱਗ ਰਿਹਾ ਸੀ ਕਿ ਹੁਣ ਮੈਨੂੰ ਇੱਕ ਗੋਲ ਸੈੱਟ ਕਰਨਾ ਚਾਹੀਦਾ ਹੈ, ਇਸ ਲਈ ਮੈਂ ਆਪਣਾ ਬੋਡੀ ਬਿਲਡਿੰਗ ਦਾ ਸ਼ੁਰੂ ਕੀਤਾ। ਤੇ ਮੇਰੇ ਕੋਚ ਹੈਗੇ ਆ ਪੁਨੀਤ ਸੰਧੂ ਸਰ, ਬਹੁਤ ਅੱਛੇ ਬੋਡੀ ਬਿਲਡਰ ਹੈਗੇ ਆ, ਵਨ ਆਫ ਦਾ ਬੈਸਟ ਬੋਡੀ ਬਿਲਡਰਸ ਆਫ ਇੰਡੀਆ। ਮੈਂ ਉਹਨਾਂ ਕੋਲ ਆਈ, ਟ੍ਰੇਨਿੰਗ ਲਿੱਤੀ, ਔਰ ਉਹਨਾਂ ਨੇ ਮੇਰੀ ਜਿੰਨੀਆਂ ਵੀ ਖਾਮੀਆਂ ਉਹਨਾਂ ਨੂੰ ਠੀਕ ਕੀਤਾ ਔਰ ਮੇਰੀ ਸਟਰੈਂਥ ਨੂੰ ਸਾਹਮਣੇ ਲੈ ਕੇ ਆਏ। ਤੇ ਟੱਚਵੁੱਡ ਅੱਜ ਇਹ ਸ਼ੌਂਕ ਕਦੋਂ ਤੋਂ ਪਿਆ? ਮੈਰਿਜ ਤੋਂ ਪਹਿਲਾਂ ਸੀ ਜਾਂ ਮੈਰਿਜ ਤੋਂ ਬਾਅਦ ਪਿਆ ਸ਼ੌਂਕ ਬੋਡੀ? ਮੈਰਿਜ ਤੋਂ ਪਹਿਲਾਂ ਤੇ ਮੈਂ ਬਸ ਮੈਰਿਜ ਕਰਨ ਵਾਸਤੇ ਪਤਲੀ ਹੋਈ ਸੀ, ਜਿਵੇਂ ਨਾਰਮਲ ਕੁੜੀਆਂ ਹੁੰਦੀਆਂ, ਹੁਣ ਜਿਮ ਕਰ ਲਓ ਜਾਂ ਘਰ ਐਕਸਰਸਾਈਜ਼ ਕਰ ਲਓ। ਬਟ ਐਸਾ ਕੁਝ ਫਿਟਨੈਸ ਦਾ ਸ਼ੌਂਕ ਨਹੀਂ ਸੀ ਮੈਨੂੰ। ਸ਼ਾਇਦ ਹੀ ਮੈਨੂੰ ਲੱਗਦਾ ਮੈਂ ਸਕੂਲ 'ਚ ਵੀ ਕਦੀ ਪੀਟੀ ਕੀਤੀ ਹੋਏਗੀ। ਹਾਂ, ਥੱਕ ਜਾਂਦੀ ਸੀ, ਚਲੋ ਜੀ ਆਪਣੇ, ਕਿਉਂਕਿ ਮੈਂ ਅੰਮ੍ਰਿਤਸਰ ਤੋਂ ਹੈਗੀ ਹਾਂ। ਤੇ ਆਲਮੋਸਟ ਹਫਤੇ 'ਚ 3 ਜਾਂ 4 ਵਾਰ ਤੇ ਅਸੀਂ ਭਟੂਰੇ ਛੋਲੇ, ਪੂੜੀਆਂ, ਕੁਲਚੇ, ਆਲੂ ਵਾਲੇ ਕੁਲਚੇ ਅੰਮ੍ਰਿਤਸਰ ਦੇ ਇਹ ਖਾਣੇ ਹੁੰਦੇ ਆ। ਤੇ ਉਹਦੇ ਨਾਲ ਫਿਟਨੈਸ 'ਚ ਆਉਣਾ ਬਹੁਤ ਮੁਸ਼ਕਿਲ ਹੈ। ਹਾਂ, ਤਾਂ ਉਹ ਅਸੀਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ, ਜੋ ਸ਼ੁਰੂ ਤੋਂ ਖਾਧਾ ਹੈ ਉਹੀ ਪਰਫਾਰਮ ਹੋਣਾ ਸੀ। ਬਟ ਆਹਿਸਤਾ ਜਿਵੇਂ ਮੈਂ ਆਪਣੀ ਸਟਰੈਂਥ ਸਮਝਦੀ ਗਈ, ਪਤਾ ਚੱਲਦਾ ਗਿਆ ਕਿ ਫालतू ਚੀਜ਼ਾਂ 'ਚ ਮੈਂ ਆਪਣਾ ਟਾਈਮ ਨਾ ਵੇਸਟ ਕਰਾਂ ਤੇ ਆਪਣੀ ਫਿਟਨੈਸ ਵੱਲ ਧਿਆਨ ਦੇਵਾਂ। ਜਿਮ ਮੈਂ ਨਾਰਮਲ ਪਤਲੇ ਹੋਣ ਵਾਸਤੇ ਸ਼ੁਰੂ ਕੀਤਾ ਸੀ, ਕਿ ਜਿਵੇਂ ਸ਼ਾਦੀ ਤੋਂ ਪਹਿਲਾਂ ਪਤਲੀ ਹੋ ਗਈ ਸੀ, ਹਾਂ ਬੱਚੇ ਹੋਣ ਤੋਂ ਬਾਅਦ ਮੋਟੇ ਹੋ ਜਾਂਦੇ ਨਾਰਮਲ, ਤੇ ਪਤਲੀ ਹੋ ਜਾਵਾਂਗੀ। ਬਟ ਪਤਾ ਨਹੀਂ ਕਿਉਂ ਇੱਕ ਇੱਕ ਦਿਨ ਆਂਦੀ ਰਹੀ, ਇੱਥੇ ਮਨ ਲੱਗਦਾ ਰਿਹਾ, ਔਰ ਟੈਨਸ਼ਨ ਫਰੀ, ਬਾਕੀ ਦੁਨੀਆ ਤੋਂ ਦੂਰ, ਆਪਣੇ ਹੀ ਮਾਹੌਲ ਤੇ ਇੱਕ ਫਿਟਨੈਸ ਦੇ ਮਾਹੌਲ 'ਚ ਰਹਿਣਾ, ਮਤਲਬ ਫਿਰ ਆਹਿਸਤਾ ਆਦਤ ਪੈ ਗਈ ਫਿਟਨੈਸ ਦੀ। ਤੇ ਜਦੋਂ ਮੈਨੂੰ ਪਤਾ ਚੱਲ ਗਿਆ ਕਿ ਹੁਣ ਇੱਕ ਲੈਵਲ ਆ ਗਿਆ ਕਿ ਇਹਨੂੰ ਮੈਂ ਆਪਣਾ ਵੇਸਟ ਨਾ ਕਰਾਂ, ਫਿਰ ਮੈਂ ਆਪਣਾ ਗੋਲ ਸੈੱਟ ਕੀਤਾ। ਜੀ ਜਦੋਂ ਇੱਕ ਕੁੜੀ ਦੀ ਮੈਰਿਜ ਹੋ ਜਾਂਦੀ ਹੈ ਨਾ, ਉਸ ਤੋਂ ਬਾਅਦ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ, ਤੇ ਉਸ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ ਤੁਸੀਂ ਬੋਡੀ ਬਿਲਡਿੰਗ ਲਈ ਆਪਣਾ ਟਾਈਮ ਕੱਢਦੇ ਹੋ, ਇਹ ਕਿਸ ਤਰ੍ਹਾਂ ਪੋਸੀਬਲ ਹੋ ਜਾਂਦਾ ਹੈ? ਇਹ ਸਭ ਸਾਡੇ ਤੇ ਡਿਪੈਂਡ ਹੁੰਦਾ ਕਿ ਅਸੀਂ ਕਿਸ ਚੀਜ਼ ਵਾਸਤੇ ਟਾਈਮ ਕੱਢਣਾ ਹੈ। ਹਰ ਇੱਕ ਇਨਸਾਨ ਕੋਲ ਟਾਈਮ ਹੁੰਦਾ ਹੈ, ਚਾਹੇ ਉਹ ਆਪਣੇ ਘਰ ਵਾਸਤੇ, ਚਾਹੇ ਬੱਚਿਆਂ ਵਾਸਤੇ ਹੈ, ਚਾਹੇ ਆਪਣੀ ਪੜ੍ਹਾਈ ਵਾਸਤੇ ਹੈ। ਉਹਨੇ ਜੋ ਵੀ ਬਣਨਾ ਹੈ ਉਹ ਆਪਣਾ ਟਾਈਮ ਕੱਢ ਹੀ ਲਏਗਾ। ਰਸਤੇ ਖੁੱਲ੍ਹ ਜਾਂਦੇ ਹੈ, ਤੁਸੀਂ ਕਰਨਾ ਚਾਹੋ ਬਸ। ਤੇ ਮੈਨੂੰ ਪਤਾ ਕਿ ਮੈਂ ਸਵੇਰੇ ਉੱਠਣੀ ਆ, ਆਪਣਾ ਘਰ ਦਾ ਕੰਮ ਖਤਮ ਕਰਨੀ ਆ, ਇੱਥੇ ਆਉਣੀ ਆ, ਟ੍ਰੇਨਿੰਗਸ ਦੇਣੀ ਆ ਮੇਰੇ ਜਿਮ 'ਚ, ਔਰ ਫਿਰ ਸਾਰਾ ਕੰਮ ਇੱਥੇ ਆਪਣਾ ਟ੍ਰੇਨਿੰਗਸ ਦੇਣੀ ਆ ਲੋਕਾਂ ਨੂੰ। ਫਿਰ ਉਹਦੇ ਬਾਅਦ ਮੈਂ ਆਪਣੀ ਟ੍ਰੇਨਿੰਗ ਕਰਨੀ ਆ, ਮਤਲਬ ਆਲਮੋਸਟ 11:30-12 ਵੱਜ ਜਾਂਦੇ ਮੈਨੂੰ ਘਰ ਜਾਂਦੀ ਹਾਂ। ਉਹਦੇ ਬਾਅਦ ਫਿਰ ਆਪਣਾ ਮੀਲ ਬਣਾਓ, ਖਾਓ, ਸ਼ਾਮੀ ਫਿਰ ਟ੍ਰੇਨਿੰਗ ਦਿਓ। ਅਤੇ ਉਹ ਮੈਨੂੰ ਪਤਾ ਹੈ ਕਿ ਮੈਂ ਆਪਣੀ ਟ੍ਰੇਨਿੰਗ ਕਰਨੀ ਹੈ, ਅਤੇ ਉਹ ਮੈਂ ਆਪਣਾ ਟਾਈਮ ਕੱਢ ਹੀ ਲੈਂਦੀ ਹਾਂ। ਤੁਸੀਂ ਜੋ ਕਰਨਾ ਹੋ ਤੁਸੀਂ ਆਪਣਾ ਟਾਈਮ ਕੱਢ ਹੀ ਲੈਂਦੇ ਹੋ। ਪ੍ਰਾਇੋਰਟੀ ਤੁਹਾਡੀ ਹੋਣੀ ਚਾਹੀਦੀ ਹੈ ਅਗਰ ਕਰਨਾ ਚਾਹੋ। ਬਹਾਨੇ ਬਹੁਤ ਹੈਗੇ ਕਰਨ ਵਾਸਤੇ, ਮੈਂ ਥੱਕ ਜਾਂਦੀ ਹਾਂ, ਮੈਂ ਨਹੀਂ ਕਰ ਸਕਦੀ। ਬਟ ਅਗਰ ਤੁਹਾਡਾ ਗੋਲ ਸੈੱਟ ਹੈਗਾ, ਅਗਰ
ਤੁਸੀਂ ਬਿਲਕੁਲ ਟੂ ਦਾ ਪੁਆਇੰਟ ਤੁਹਾਨੂੰ ਪਤਾ ਹੈ ਕਿ ਮੈਂ ਬਣਨਾ ਹੈ, ਇਹ ਕਰਨਾ ਹੈ, ਤੇ ਸਾਰੀ ਸਿਚੁਏਸ਼ਨਸ ਤੁਹਾਡੇ ਹਿਸਾਬ ਨਾਲ ਚੱਲਣੀ ਸ਼ੁਰੂ ਹੋ ਜਾਂਦੀ ਹੈ। ਇੱਕ ਵਾਰ ਮਾਈਂਡ ਸੈਟ ਹੋਣਾ ਚਾਹੀਦਾ ਹੈ। ਬਿਲਕੁਲ ਸਮ੍ਰਿਤੀ ਜੀ, ਇਹ ਸਭ ਤੋਂ ਪਹਿਲਾਂ ਜੇ ਸ਼ੌਂਕ ਦੀ ਵੀ ਗੱਲ ਹੁੰਦੀ ਹੈ, ਪਰ ਸਭ ਤੋਂ ਉਸ ਤੋਂ ਵੱਡੀ ਗੱਲ ਇਹ ਹੁੰਦੀ ਹੈ ਫੈਮਿਲੀ ਸਪੋਰਟ। ਹਾਲਾਂਕਿ ਆਪਾਂ ਆਪਣੇ ਮਾਪਿਓ ਨੂੰ ਐਗਰੀ ਕਰ ਲੈਂਦੇ ਹਾਂ, ਬਟ ਜਦੋਂ ਲੌਜ਼ ਦੀ ਗੱਲ ਆਉਂਦੀ ਹੈ ਜਾਂ ਹਸਬੈਂਡ ਦੀ ਗੱਲ ਆਉਂਦੀ ਹੈ, ਉਹ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਵੀ ਉਹਨਾਂ ਨੂੰ ਇਸ ਚੀਜ਼ ਲਈ ਐਗਰੀ ਕਿਵੇਂ ਕਰਨਾ ਹੈ। ਤਾਂ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਮਨਾਇਆ ਵੀ ਮੈਂ ਬੋਡੀ ਬਿਲਡਰ ਬਣਨਾ ਚਾਹੁੰਦੀ ਹਾਂ? ਇਹ ਬੜਾ ਅਲੱਗ ਜਿਹਾ ਕੁਐਸਚਨ ਹੈਗਾ ਔਰ ਬਹੁਤ ਹੀ आम जो भी लड़की बॉडी बिल्डिंग करना चाहती है या जो भी फिटनेस भी करना चाहती है ਉਹਦੇ ਵਾਸਤੇ ਬੜਾ ਬਹੁਤ ਔਖਾ ਕੁਐਸਚਨ ਹੈਗਾ। ਮੇਰੇ ਹਸਬੈਂਡ ਨੇ ਮੇਰੀ ਬਹੁਤ ਸਪੋਰਟ ਕੀਤੀ ਹੈ। ਟੱਚਵੁੱਡ ਮੁਸ਼ਕਿਲ ਆਈ ਹੈ ਸ਼ੁਰੂ 'ਚ, ਉਹਨਾਂ ਨੇ ਕਿਹਾ ਤੂੰ ਕਿਉਂ ਕਰਦੀ ਰਹਿੰਦੀ ਹੈ, ਆਪਣਾ ਘਰ ਦਾ ਕੰਮ ਛੱਡ ਕੇ ਤੂੰ ਪਹਿਲੇ ਉੱਥੇ ਪਹੁੰਚ ਜਾਣੀ ਹੈ ਜਿਮ, ਤੇ ਘਰ ਦਾ ਕੰਮ ਵੀ ਮੁਕਾਓ ਆਪਣਾ, ਉਹ ਵੀ ਕਰੋ। ਬਟ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਕਿ ਘਰ ਦਾ ਕੰਮ ਕਰਦੇ ਆਏ ਬਸ ਘਰ ਦੇ ਕੰਮ ਤਾਂ ਕਦੀ ਖਤਮ ਹੀ ਨਹੀਂ ਹੋਣੇ। ਉਹੀ 3 ਟਾਈਮ ਦੀ ਰੋਟੀਆਂ ਬਣਾ ਕੇ ਸਾਰੀ ਜ਼ਿੰਦਗੀ ਬਿਤਾ ਦਈਏ। ਬੱਚੇ ਆਪਣੇ ਸੈੱਟ ਹੋ ਗਏ, ਮੇਰੀ 2 ਬੇਟੀਆਂ ਆਪਣੇ, ਹੁਣ ਇੱਕ ਅੱਗੇ ਫਰਦਰ ਸਟੱਡੀਜ਼ ਵਾਸਤੇ ਜਾ ਰਹੀ ਹੈ, ਇੱਕ ਛੋਟੀ ਉਹ +2 'ਚ ਹੈਗੀ ਹੈ, ਤੇ ਉਹ ਤੇ ਆਪਣੇ ਸੈਟਲ। ਉਹਦੇ ਬਾਅਦ ਅਸੀਂ ਕੀ ਬਸ ਉਹਨਾਂ ਦੀ ਵੇਟ, ਤੇ ਹਸਬੈਂਡ ਕੰਮ ਤੇ ਜਾਏ ਉਹਨਾਂ ਦੀ ਵੇਟ। ਆਪੇ ਕੀ ਕੀਤਾ, ਉਹੀ 3 ਟਾਈਮ ਦੀ ਰੋਟੀ ਬਣਾਈ, ਉਹਨਾਂ ਨੂੰ ਫੋਨ ਕੀਤਾ, ਤੰਗ ਕੀਤਾ। ਨਹੀਂ, ਮੈਂ ਉਹ ਸਭ ਕੁਛ ਡਰ ਜਾ ਬੈਠ ਗਿਆ। ਮੈਂ ਕਿਹਾ ਇਹ ਨਹੀਂ ਕਰਨਾ, ਮੈਂ ਆਪਣੀ ਲਾਈਫ ਆਪਣੇ ਹਿਸਾਬ ਨਾਲ ਜੀਵਾਂਗੀ। ਬੱਚੇ ਆਪਣੇ ਸੈਟਲ ਹੋ ਜਾਣਗੇ, ਹਸਬੈਂਡ ਆਪਣੇ ਕੰਮ ਤੇ, ਸਭ ਸੈਟਲ। ਕਿਉਂਕਿ ਅਸੀਂ ਹਾਊਸ ਵਾਈਫਸ ਆਪਣੇ ਤੇ ਧਿਆਨ ਨਹੀਂ ਦਿੰਦੀਆਂ। ਨੋਰਮਲੀ ਮਦਰਸ ਤੁਸੀਂ ਵੀ ਦੇਖੋ, ਤੁਹਾਡੇ ਘਰ ਵੀ ਹੋਣਗੀਆਂ, ਮੰਮਾ ਨੂੰ ਸਿਰਫ ਸਾਡੇ ਬੱਚਿਆਂ ਦਾ ਤੇ ਪਾਪਾ ਦਾ ਪਿਆ ਰਹਿੰਦਾ, ਮਤਲਬ ਆਣਗੇ ਰੋਟੀ ਖਾਣ ਫਿਰ ਜਾਣ। ਬਟ ਮੈਂ ਕਿਹਾ ਮੈਂ ਲਾਈਫ ਨਹੀਂ ਜੀਣੀ, ਉਹਨਾਂ ਨੂੰ ਇਸ ਕਾਬਿਲ ਬਣਾ ਦੇਣਾ ਹੈ ਕਿ ਉਹ ਆਪਣਾ ਧਿਆਨ ਵੀ ਖੁਦ ਰੱਖ ਸਕਣ, ਤੇ ਇਹ ਵੀ ਦੇਖਣ ਕਿ ਮੰਮਾ ਵੀ ਮਿਹਨਤ ਕਰ ਰਹੀ ਹੈ, ਮੰਮਾ ਦਾ ਵੀ ਆਪਣਾ ਹੈ, ਮੰਮਾ ਵੀ ਆਪਣਾ ਧਿਆਨ ਰੱਖ ਰਹੀ ਹੈ। ਤੇ ਸ਼ੁਰੂ 'ਚ ਤੇ ਥੋੜੀ ਜਿਹੀ ਪ੍ਰੋਬਲਮ ਆਈ, ਮਤਲਬ ਹਸਬੈਂਡ ਨੇ ਬੋਲ ਰਹੇ ਸੀ ਕਿ ਘਰ ਨੂੰ ਵੀ ਉਨਾ ਹੀ ਟਾਈਮ ਦਿਓ ਜਿੰਨਾ ਤੁਸੀਂ ਆਪਣੇ ਆਪ ਨੂੰ ਦੇ ਰਹੇ ਹੋ। ਬਟ ਬੋਡੀ ਬਿਲਡਿੰਗ ਜਾਂ ਫਿਟਨੈਸ 'ਚ ਆਉਣਾ, ਜਦ ਤੁਸੀਂ ਬਹੁਤ ਸੀਰੀਅਸ ਮੋਡ 'ਚ ਆਉਂਦੇ ਹੋ, ਇਹ ਐਸਾ ਗੇਮ ਹੈਗਾ ਕਿ ਤੁਹਾਨੂੰ ਟਾਈਮ 'ਤੇ ਸੋਣਾ, ਟਾਈਮ 'ਤੇ ਖਾਣਾ, ਟਾਈਮ 'ਤੇ ਵਰਕਆਊਟ ਕਰਨਾ ਬਹੁਤ ਜ਼ਰੂਰੀ ਹੈ। ਸ਼ਾਇਦ ਉਹਦੇ ਇਸ ਦੌਰਾਨ ਮੇਰਾ ਘਰ ਦਾ ਕਈ ਕੰਮ ਛੁੱਟ ਜਾਂਦੇ ਹੈ। ਬਟ ਐਨੀ ਹਾਓ ਮੇਰੇ ਹਸਬੈਂਡ ਨੇ ਮੇਰਾ ਜਦੋਂ ਕੰਪੀਟੀਸ਼ਨ ਸੀ ਲਾਸਟ ਟਾਈਮ, ਮੈਂ ਬਹੁਤ ਹੀ ਲੱਕੀ ਹਾਂ ਕਿ ਮੇਰੇ ਹਸਬੈਂਡ ਨੇ ਲਾਸਟ ਟਾਈਮ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਬਹੁਤ ਮਿਹਨਤ ਕਰ ਰਹੀ ਹੈ, ਉਹਨਾਂ ਨੇ ਬਹੁਤ ਸਪੋਰਟ ਕੀਤਾ। ਮੈਂ ਘਰ ਆਉਣਾ, ਉਹਨਾਂ ਨੇ ਖਾਣਾ ਬਣਾ ਕੇ ਰੱਖਿਆ ਹੋਣਾ, ਜੋ ਮੈਂ ਉਹਨਾਂ ਵਾਸਤੇ ਕੀਤਾ ਨਾ ਉਹਨਾਂ ਦੇ ਔਖੇ ਟਾਈਮ 'ਤੇ, ਉਹਨਾਂ ਨੇ ਮੇਰੇ ਹਰ ਇੱਕ ਮਤਲਬ ਚੀਜ਼ ਮੈਨੂੰ ਕੀਤੀ। ਪੂਰਾ ਸਪੋਰਟ, ਖਾਣਾ ਬਣਾ ਕੇ ਦੇਣਾ, ਪੂਰਾ ਮੇਰੀ ਡਾਈਟ ਦਾ ਧਿਆਨ ਰੱਖਣਾ, ਮੇਰੇ ਸੌਣ ਦਾ, ਉੱਠਣ ਦਾ, ਵਰਕਆਊਟ ਦੇ ਟਾਈਮ ਮੈਨੂੰ ਕੋਈ ਡਿਸਟਰਬ ਨਹੀਂ ਕਰਨਾ, ਆਉਣ ਦੇਣਾ, ਸਭ ਕੁਝ ਉਹਨਾਂ ਨੇ ਸਾਥ ਦਿੱਤਾ। ਤੇ ਸ਼ਾਇਦ ਮੈਂ ਤਾਂ ਹੀ ਉਹ ਬ੍ਰੌਂਜ਼ ਜਿੱਤ ਪਾਈ ਉਹਨਾਂ ਦੇ ਕਾਰਨ। ਤੇ ਸ਼ੁਰੂ 'ਚ ਆਈਆਂ ਮੁਸ਼ਕਿਲ, ਬਟ ਉਹਦੇ ਬਾਅਦ ਉਹਨਾਂ ਨੇ ਦੇਖਿਆ ਮਿਹਨਤ। ਉਹੀ ਮੈਂ ਕਹਿ ਰਹੀ ਹਾਂ, ਅਗਰ ਤੁਹਾਡੇ ਅੰਦਰ ਕਰਨ ਦੀ ਇੱਛਾ ਹੋਏ ਨਾ, ਤੇ ਸਰਕਮਸਟੈਂਸਿਸ ਤੁਹਾਡੇ ਅਕੋਰਡਿੰਗ ਬਣ ਜਾਂਦੇ ਹੈ। ਬੱਚੇ ਵੀ ਦੇਖਦੇ ਆ ਮਿਹਨਤ ਕਰਦੀ ਹੈ ਮੰਮਾ, ਫਾਲਤੂ ਇੱਧਰ ਉੱਧਰ ਕੋਈ ਲੈਣਾ ਦੇਣਾ ਨਹੀਂ ਹੈ, ਤੇ ਹੋ ਗਿਆ ਸਭ ਵਧੀਆ। ਸਭ ਤੋਂ ਵੱਡੀ ਦਿੱਕਤ ਉਦੋਂ ਵੀ ਆਉਂਦੀ ਹੈ ਜਦੋਂ ਇੱਕ ਪ੍ਰੈਗਨੈਂਸੀ ਤੋਂ ਬਾਅਦ ਨਾਲ ਲੇਡੀ ਦੀ ਬੋਡੀ 'ਚ ਕਾਫੀ ਜ਼ਿਆਦਾ ਚੇਂਜਸ ਆਉਂਦੇ ਆ, ਤਾਂ ਉਸ ਟਾਈਮ ਵਰਕਆਊਟ 'ਤੇ ਜ਼ਿਆਦਾ ਕੰਸਨਟ੍ਰੇਸ਼ਨ ਦੇਣਾ ਪੈਂਦਾ। ਤਾਂ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਮੈਨੇਜ ਕੀਤਾ? ਮੈਂ ਸ਼ੁਰੂ ਤੋਂ ਘਰ ਦਾ ਕੰਮ ਕਰਦੀ ਆਈ ਹਾਂ, ਮੈਨੂੰ ਯਾਦ ਹੈ। ਹਾਂ, ਮੈਂ ਮਤਲਬ ਮੇਰੀ ਮਦਰ ਇਨ ਲਾ ਬਹੁਤ ਸਪੋਰਟਿਵ ਸੀਗੇ ਉਦੋਂ, ਤੇ ਉਹਨਾਂ ਨੇ ਮੈਨੂੰ ਕਾਫੀ ਗਾਈਡ ਕੀਤਾ ਕਿ ਮੇਰੀ ਦੋਨੋਂ ਨॉर्मल डिलीवरीज हुई हैं, कोई प्रॉब्लम नहीं आई। उन्होंने काफ़ी गाइड किया कि ऐसे नहीं ऐसे करते हैं, बैठे रहोगे तो प्रॉब्लम्स होंगी। और आज भी वही है, आज वही लेडीज़ जिम जाके वर्कआउट करती हैं, प्रेग्नेंट लेडीज़ स्क्वाट्स करती हैं, डेडलिफ्ट्स करती हैं, क्रॉसफिट सब कुछ करती हैं। वही हम पहले लेडीज़ वो घर पे काम करती थी, मैंने सारा काम किया है। टचवुड में डिलीवरीज़ में कोई दिक्कत नहीं आई, और बहुत ही हेल्दी रही हैं दोनों मेरी बेटियाँ, हेल्दी नॉर्मल डिलीवरीज आई हैं, और घरदियां दी बहुत सपोर्ट रही है। उसके बाद हाँ, मैं वेट गेन कर लिया सी, नॉर्मल एक्सरसाइज करती रही और अपना फिट रही। मैं अपना डाइट का बहुत ध्यान रखा। थोड़ा मे बी मैं अमृतसर हाँ, मैंने भुख ज़्यादा लगती है मैं खाती बहुत हाँ तो बट मैं ऑप्शनस चेंज करती हाँ कि मैं ए नहीं ए खाना है। हुण मैं भटूरे छोले ते आलू वाले कुलचे नहीं खाने, हुण मैं अंडे, चिकन, अच्छी प्रोटीन डाइट, मतलब अच्छी चीज़ां लैनियां। देख के तरस नहीं आਉਂਦਾ ਵੀ मैं खा ਲਾਂ यार ਜਦੋਂ ਸਾਹਮਣੇ ਪਿਆ ਹੁੰਦਾ? हाँ, बहुत तरस आंदा। हुणे मैं अपने अमृतसर गई हुई सी मम्मा कोल, ते विच थोड़ा जिहा खा लिया, बट ਜਦੋਂ ਮੇਰਾ ਗੋਲ ਸੈੱਟ ਹੈ, ਮੈਨੂੰ ਪਤਾ ਕਿ ਮੈਂ ਉਹਦੇ 'ਚ 20-25 ਸਾਲ 30 ਸਾਲ ਖਾਦਾ ਹੀ ਹੈ। ਹੁਣ ਥੋੜਾ ਜਿਹਾ ਕੰਟਰੋਲ ਕਰ ਲਾਂਗੇ ਤੇ ਵਧੀਆ। ਕੰਪੀਟੀਸ਼ਨ ਦੀ ਤਿਆਰੀ ਹੈ, ਨਾਲੇ ਆਪਣੇ ਫਿਟਨੈਸ ਦਾ ਧਿਆਨ ਰੱਖਣਾ ਹੈ।
ਜਦੋਂ ਅਸੀਂ ਸਟੱਡੀ ਕਰਦੇ ਨਾ ਸਾਡਾ ਇੱਕ ਸ਼ੌਂਕ ਬਣ ਜਾਂਦਾ, ਇੱਕ ਸੁਪਨਾ ਬਣ ਜਾਂਦਾ, ਅਸੀਂ ਇਹ ਬਣਨਾ ਚਾਹੁੰਦੇ ਹਾਂ। ਕੋਈ ਡਾਕਟਰ ਬਣਨਾ ਚਾਹੁੰਦਾ, ਕੋਈ ਇੰਜੀਨੀਅਰ ਬਣਨਾ। ਐਕਚੁਅਲ ਦੇ ਵਿੱਚ ਤੁਹਾਡਾ ਸੁਪਨਾ ਕੀ ਸੀ ਬਣਨ ਦਾ? ਐਕਚੁਅਲ 'ਚ ਮੇਰਾ ਸੁਪਨਾ ਸੀ 에ਅਰ ਹੋਸਟਸ ਬਣਨ ਦਾ ਉਦੋਂ। ਹਾਂ, ਜਾਂ ਡਾਂਸ ਮੈਨੂੰ ਕਰਨਾ ਬਹੁਤ ਅੱਛਾ ਲੱਗਦਾ ਸੀ, ਔਰ ਡਾਂਸਿੰਗ 'ਚ ਤੇ ਚਲੋ ਇੰਨਾ ਉਦੋਂ ਸੀਗਾ ਨਹੀਂ। 에ਅਰ ਹੋਸਟਸ ਵਾਸਤੇ ਪਾਪਾ ਮੰਨੇ ਨਹੀਂ, ਤੇ ਉਹਨਾਂ ਨੇ ਕਿਹਾ ਬਸ ਸਿੰਪਲ BA ਕਰੋ, ਉਹਦੇ ਬਾਅਦ ਸਿੰਪਲ ਸ਼ਾਦੀ, ਕੁਝ ਵੀ ਮਤਲਬ ਉਦੋਂ ਪੇਰੈਂਟਸ ਇਹਨੇ ਕਰਦੇ ਨਹੀਂ ਸੀ। ਹਾਂ, ਮੇਰੇ ਪਾਪਾ ਜ਼ਰੂਰ ਮਤਲਬ ਦੰਗਲ ਕਰਦੇ ਸੀ, ਮਤਲਬ ਆਪਣੇ ਉੱਥੇ ਅਖਾੜਾ ਜਾਂ ਖੋਦ ਕੇ ਤੇ ਉਹ ਸਭ ਕਰਦੇ ਸੀ। ਸ਼ਾਇਦ ਉਹ ਇਨ ਜੀਨਸ ਤੋਂ ਆ ਗਿਆ ਮੇਰੇ 'ਚ। ਹਾਂ, ਤੇ ਉਹ ਕਹਿੰਦੇ ਆ ਮੈਨੂੰ, ਕਹਿੰਦੇ ਆ ਕਿ ਮੈਂ ਕਰਦਾ ਸੀ ਤੇ ਉਹ ਸਾਰੀ ਹੁਣ ਚੀਜ਼ਾਂ ਤੇਰੇ ਤੇ ਆ ਰਹੀਆਂ, ਤੇ ਬਟ ਠੀਕ ਹੈ, ਵਧੀਆ ਹੈ, ਖੁਸ਼ ਹੈਗੇ। ਕਿੰਨਾ weight ਚੱਕ ਲੈਂਦੇ ਹੋ? ਵੇਟ ਤੇ ਮੈਂ ਚੱਕ ਲੈਂਦੀ ਹਾਂ, ਡੈਡ ਲਿਫਟ ਲਗਾ ਲੈਂਦੀ ਹਾਂ, ਜਿਵੇਂ 130 ਕਿਲੋ ਤੱਕ ਦੀ, 130 140 ਸ਼ੁਰੂ ਕੀਤੀ ਹੈ, ਔਰ ਸਕੁਆਟ ਲਗਾ ਲੈਂਦੀ ਹਾਂ 120 ਤੱਕ ਦੇ। ਹਾਂਜੀ, ਔਰ ਬੈਂਚ ਪ੍ਰੈਸ ਹੈ ਉਹ 70 75 ਤੱਕ ਪਹੁੰਚ ਗਈ ਹੈ। ਵੱਡੇ ਵੱਡਿਆਂ ਨੂੰ ਮਾਤ ਪਾਉਣੇ। ਥੈਂਕ ਯੂ ਜੀ। ਮਤਲਬ ਤੇ ਬਸ ਤੁਹਾਡਾ ਮਾਈਂਡ ਸੈਟ ਹੈਗਾ, ਤੁਸੀਂ ਕਰਨਾ ਹੈ। ਡਾਈਟ ਔਰ ਤੁਹਾਡਾ ਮਾਈਂਡ ਸੈਟ, ਟਾਈਮ ਤੇ ਆਪਣੀ ਡਾਈਟ ਲਓ, ਔਰ ਜੋ ਡਾਈਟ ਕਹੀ ਗਈ ਹੈ ਤੁਹਾਨੂੰ ਉਹੀ ਲੈਣੀ ਹੈ। अपना भी थोड़ा जा देखो कि भी मैं क्या खाना है क्या नहीं खाना। टाइम ਤੇ ਸੋ, टाइम ਤੇ ਉੱਠੋ, ਔਰ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਤੁਹਾਡੀ ਸਟਰੈਂਥ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ। ਅੰਮ੍ਰਿਤਸਰ ਦੇ ਪਾਪੜ ਹੋ ਗਏ, ਕੁਲਚੇ ਹੋ ਗਏ ਤੇ ਭਟੂਰੇ ਹੋ ਗਏ, ਬੜੇ ਫੇਮਸ ਨੇ। ਮਤਲਬ ਵੀ ਅੰਮ੍ਰਿਤਸਰ ਦੀ ਰਹਿਣ ਵਾਲੀ ਧੀ ਨੇ ਉਹ ਸਭ ਕੁਝ ਭੁੱਲ ਗਈ। ਸਭ ਛੱਡਤਾ ਮੈਂ, ਨਹੀਂ ਤਾਂ ਮੈਂ ਕੁਲਚਿਆਂ ਤੋਂ ਬਿਨਾਂ ਰਹਿੰਦੀ ਨਹੀਂ ਸੀ। ਅੰਮ੍ਰਿਤਸਰ ਦੇ ਕੁਲਚੇ ਹੋ ਗਏ, ਔਰ ਆਈਸਕ੍ਰੀਮ, ਸਾਡੇ ਉੱਥੇ ਫਲੂਦਾ ਆਈਸਕ੍ਰੀਮ ਮਿਲਦੀ ਹੈ ਬਹੁਤ, ਮਤਲਬ ਜੋ ਵੀ ਹੈ ਉੱਧਰ ਦੀਆਂ ਚੀਜ਼ਾਂ ਸਭ ਛੱਡਤੀ। ਲੱਸੀ ਵੀ ਨਹੀਂ, ਸਭ ਛੱਡਤੀਆਂ। ਹੁਣ ਕਦੀ ਜਾਈਦਾ ਅੰਮ੍ਰਿਤਸਰ ਤੇ ਇੱਕ ਕੁਲਚਾ ਐਜ਼ ਅ ਚੀਟ ਮੀਲ ਖਾ ਲਈਦਾ, ਬਾਕੀ ਚੀਜ਼ਾਂ ਬਸ ਦੇਖੀ ਦੀਆਂ, ਫੋਟੋਆਂ ਖਿਚਾ ਲੈਂਦੇ ਹਾਂ, ਖਾਣਾ ਨਹੀਂ ਬਸ। ਹਾਂਜੀ, ਖਾਣਾ ਨਹੀਂ। ਸਵਿਤੀ ਜੀ, ਬੇਟੀਆਂ ਦਾ ਕਿਸ ਤਰ੍ਹਾਂ ਰਿਸਪੌਂਸ ਮਿਲਦਾ ਪਿਆ ਜਦੋਂ ਤੁਹਾਨੂੰ ਇਸ ਤਰ੍ਹਾਂ ਜਿਮ ਦੇ ਵਿੱਚ ਵਰਕਆਊਟ ਕਰਦੇ ਦੇਖਦੇ ਨੇ? ਮੇਰੀ ਦੋਨੋਂ ਬੇਟੀਆਂ ਫਿੱਟ ਹੈ, ਟੱਚਵੁੱਡ। ਇੱਕ ਤੇ ਬੇਟੀ ਮੇਰੀ ਬੈਡਮਿੰਟਨ ਐਥਲੀਟ ਹੈਗੀ ਹੈ, ਔਰ ਬਹੁਤ ਫਿੱਟ ਹੈ ਉਹ। ਮੇਰੇ ਕੋਲ 7 to 8 ਆਵਰਸ ਵਰਕਆਊਟ ਕਰਦੀ ਹੈ ਡੇਲੀ, तो ਉਹਦਾ ਮੈਨੂੰ ਇੰਨੀ ਦਿੱਕਤ ਨਹੀਂ ਹੋਈ। ਛੋਟੀ ਵਾਲੀ ਸੀਗੀ ਮੇਰੀ ਥੋੜੀ ਜੀ ਹਲਕੀ ਜੀ ਹੈਲਦੀ, ਹਾਂ, ਖਾਣ ਪੀਣ 'ਚ ਮਸਤ। ਤੇ ਬਟ ਜਿਵੇਂ ਜਿਵੇਂ ਵੱਡੀ ਹੁੰਦੀ ਗਈ ਨਾ, ਮਤਲਬ ਹੁਣ +2 'ਚ ਹੈਗੀ ਆ ਹੁਣ, ਉਹਨੇ ਮੈਂ ਕਿਹਾ 7-8 ਮੰਥਸ 'ਚ ਮੇਰੇ ਨਾਲ ਜਿਮਿੰਗ ਕਰਕੇ ਔਰ ਹਰ ਇੱਕ ਚੀਜ਼ ਮੇਰੇ ਕੋਲ ਸਿੱਖ ਕੇ, ਉਹ ਕਹਿੰਦੇ ਨਾ ਫ੍ਰੀ ਦੀ ਉਹਨੂੰ ਟ੍ਰੇਨਰ ਮਿਲ ਗਈ ਹੈ। ਹਾਂ, सब कुछ सीख के उन्हें, और अपना सारा मतलब वेट भी घटा लिया और बिल्कुल फिट। साढ़े घर शायद ही कुछ गलत बनता है, प्रोटीन डाइट चलती है, बच्चों को पता है, हुणे जिम करके आए हैं असीं प्रोटीन डाइट लैनी है। पाउडर तो उन्होंने जोर नहीं पाया है, क्योंकि बच्चों को असीं जिन्ना नैचुरल प्रोटीन दे सकीए उन्ना बेस्ट है। वेजिज खानी, पानी ज़्यादा तो ज़्यादा पीना, टाइम ते उठना, टाइम ते पढ़ना, अलार्म सेट, सब कुछ। ਜੀ ਅੱਜ ਕੱਲ੍ਹ ਨਾ ਦੇਖਦੇ ਹਾਂ ਆਪਾਂ, ਯੂਥ ਕੋਈ ਮੋਟੇ ਹੋਣ ਲਈ, ਕੋਈ ਪਤਲੇ ਹੋਣ ਲਈ ਜਿਮ ਆਉਂਦਾ, ਤੇ ਜਿਮ ਆਉਣ ਦੇ ਐਕਸਰਸਾਈਜ਼ ਚਾਹੇ ਉਹ ਘੱਟ ਲਗਾਉਣ, ਬਟ ਉਹ ਜਿਹੜਾ ਪ੍ਰੈਫਰੈਂਸ ਜਿਹੜੇ ਪਾਊਡਰਸ ਨੂੰ ਦੇ ਦਿੰਦੇ ਆ ਵੀ ਇਹ ਪਾਊਡਰਸ ਖਾਣ ਨਾਲ ਜਾਂ ਪੀਣ ਨਾਲ ਅਸੀਂ ਮੋਟੇ ਹੋ ਜਾਾਂਗੇ ਜਾਂ ਪਤਲੇ ਹੋ ਜਾਾਂਗੇ। ਕੀ ਤੁਸੀਂ ਵੀ ਜਿਮ ਲਗਾਉਂਦੇ ਹੋ, ਤੁਸੀਂ ਬਾਡੀ ਬਿਲਡਰ ਹੋ, ਇਸ 'ਚ ਕਿੰਨੀ ਕੁ ਸੱਚਾਈ? ਦੇਖੋ, ਇਹ ਬਹੁਤ ਹੀ ਸਿੰਪਲ ਜਿਹਾ ਫੈਕਟ ਹੈਗਾ ਕਿ ਸਾਨੂੰ ਆਪਣਾ ਮਸਲ ਬਿਲਡ ਕਰਨ ਵਾਸਤੇ ਪ੍ਰੋਟੀਨ ਚਾਹੀਦਾ ਹੁੰਦਾ, ਠੀਕ ਹੈ। ਤੇ ਜਿਵੇਂ ਸਾਡਾ weight ਅਗਰ 60 ਕਿਲੋ ਹੈ ਤੇ 60 ਗ੍ਰਾਮ ਸਾਨੂੰ ਪ੍ਰੋਟੀਨ ਚਾਹੀਦਾ। ਅਗਰ ਟ੍ਰੇਨਿੰਗ ਹਾਰਡ ਹੋ ਰਹੀ ਹੈ ਤਾਂ ਉਹਦਾ ਡਬਲ, ਠੀਕ ਹੈ, ਮਸਲ ਮਾਸ ਨੂੰ ਬਣਾਉਣ ਵਾਸਤੇ, ਮਸਲ ਨੂੰ ਮੇਨਟੇਨ ਕਰਨ ਵਾਸਤੇ। ਤੇ ਵੇ ਪ੍ਰੋਟੀਨ ਹੈ ਜੋ ਉਹ ਬੇਸਿਕਲੀ ਉਹ ਹੁੰਦਾ ਹੈ, ਉਹ ਪਨੀਰ ਤੋਂ, ਜਦੋਂ ਅਸੀਂ ਦੁੱਧ ਤੋਂ ਪਨੀਰ ਕੱਢਨੇ ਆ ਨਾ, ਉਹ ਪਾਣੀ ਹੁੰਦਾ ਹੈ, ਠੀਕ ਹੈ, ਉਹ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਉਹ ਅੱਜ ਕੱਲ੍ਹ ਪਾਊਡਰਸ 'ਚ ਆ ਗਿਆ ਹੋਇਆ ਹੈ, ਔਰ ਵੇ ਪ੍ਰੋਟੀਨ ਲੈਣ ਨਾਲ ਕੁਛ ਨਹੀਂ ਹੁੰਦਾ। ਮੈਨੂੰ 4-4.5 ਸਾਲ ਹੋ ਗਏ ਲੈਂਦੇ, ਕੁਛ ਨਹੀਂ ਹੋਇਆ, ਤਗੜੀ ਹੋਈ ਹਾਂ। किडनी सारे टेस्ट करा लो, सब कुछ क्लियर है, नथिंग। हड्डियाँ अच्छी हैं, मतलब किसी चीज़ की प्रॉब्लम नहीं है, हेमोग्लोबिन सब कुछ ठीक है। तो वे प्रोटीन लेना कुछ नहीं होता। हाँ, अगर तुसी वे प्रोटीन ले जा रहे हो और वर्कआउट नहीं कर रहे तो वो गलत है, वो गलत है। ऐ नहीं कि तुहाडे ट्रेनर ने कहता है कि प्रोटीन ले लो और तुसी प्रोटीन ले जा रहे हो और वर्कआउट कर नहीं रहे हो। उस हिसाब का अपना प्रोटीन उदों ही लेना है जो बाहर का प्रोटीन, जो तुसी अच्छा वर्कआउट कर रहे हो तो ਤੁਹਾਡਾ ਕੋਚ ਰਿਕਮੈਂਡ ਕਰੇ, ਫਿਰ ਪ੍ਰੋਟੀਨ ਲਓ, ਅੱਛੀ ਕੁਆਲਿਟੀ ਦਾ, ਗੁੱਡ ਕੁਆਲਿਟੀ ਦਾ। ਲੇਕਿਨ ਇਹ ਕੁਛ ਨਹੀਂ ਹੁੰਦਾ ਕਿ ਪ੍ਰੋਟੀਨ ਲੈਣ ਨਾਲ ਕਿਡਨੀਆਂ ਖਰਾਬ ਹੋ ਜਾਂਦੀਆਂ, ਇਹ ਹੋ ਜਾਂਦਾ, ਨਹੀਂ, ਐਸਾ ਕੁਛ ਨਹੀਂ ਹੈ। ਕੁਝ ਲੋਕ ਕਹਿੰਦੇ ਆ ਨਾ ਪ੍ਰੋਟੀਨਸ ਦੇ ਵਿੱਚ ਸਟੀਰੋਇਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਬਾਡੀ ਨੂੰ ਇਫੈਕਟ। ਪ੍ਰੋਟੀਨ ਅਲੱਗ ਹੈ, ਸਟੀਰੋਇਡਸ ਅਲੱਗ ਹੈ।
ਪ੍ਰੋਟੀਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਪ੍ਰੋਟੀਨ ਲੈ ਰਹੀ ਹਾਂ ਕਿੰਨੀ ਦੇਰ ਦਾ, ਕੋਈ ਸਟੀਰੋਇਡ ਨਹੀਂ ਹੈ, ਨਥਿੰਗ, ਨੈਚੁਰਲ ਬੋਡੀ ਬਿਲਡਿੰਗ ਕਰ ਰਹੀ ਹਾਂ, ਕੋਈ ਫालतू ਚੀਜ਼ नहीं ਲੈ ਰਹੀ, कुछ भी नहीं। तो अपना प्रोटीन 2 टाइम ਲੈਂਦੀ ਹਾਂ क्योंकि मेरी ट्रेनिंग इन्नी हार्ड है। सारा दिन तो मैं वेजीटेरियन तो नहीं हाँ, मैं प्योर नॉन वेजीटेरियन हाँ, तो सारा दिन नॉन वेज चलता रहता है। सब्जियां दालां सब खानी हाँ, तो नाल अपना प्रोटीन भी 2 ਸਕੂਪ ਲੈਂਦੀ ਹਾਂ। ਜੀ ਕਹਿੰਦੇ ਕੁੜੀਆਂ ਤੋਂ ਨਾ ਤਾਂ ਉਹਨਾਂ ਦੀ ਉਮਰ ਪੁੱਛਣੀ ਚਾਹੀਦੀ ਹੈ, ਨਾ ਹੀ weight ਪੁੱਛਣਾ ਚਾਹੀਦਾ, ਪਰ ਮੈਂ ਤੁਹਾਨੂੰ ਪੁੱਛਣਾ ਜ਼ਰੂਰ। ਉਮਰ ਮੇਰੀ 42 ਹੈ ਹਾਂ, ਬਟ ਜਿਵੇਂ ਜਿਵੇਂ ਮੈਨੂੰ ਲੱਗ ਰਿਹਾ ਮੇਰੀ ਉਮਰ ਵੱਧਦੀ ਜਾ ਰਹੀ ਹੈ, ਮੈਨੂੰ ਜ਼ਿੰਦਗੀ ਜੀਣ ਦਾ ਮਜ਼ਾ ਆਉਂਦਾ ਜਾ ਰਿਹਾ। ਜਵਾਨ ਹੁੰਦੇ ਜਾ ਰਹੇ। ਜਵਾਨ ਤਾਂ ਮੈਂ ਹੋਈ ਪਰ ਮਜ਼ਾ ਆਉਂਦਾ ਜਾ ਰਿਹਾ ਹੈ। ਸ਼ਾਇਦ ਫਿਟਨੈਸ ਤੁਹਾਨੂੰ ਇਹ ਲੈਵਲ ਲੈ ਆਉਂਦਾ ਹੈ ਕਿ ਅਗਰ ਤੁਸੀਂ 20 ਸਾਲ ਦੇ ਹੈਗੇ ਹੋ ਬਟ ਤੁਸੀਂ ਆਪਣੀ ਹੈਲਥ ਦਾ ਧਿਆਨ ਨਹੀਂ ਦੇ ਰਹੇ, ਤੁਸੀਂ ਮਤਲਬ 20 ਸਾਲਾਂ 'ਚ ਬਿਮਾਰੀਆਂ ਪਾਲ ਲਈਆਂ ਅਤੇ ਮੈਂ 42 'ਚ ਹੋ ਕੇ ਇੰਨੀ ਫਿੱਟ ਹੋ ਰਹੀ ਹਾਂ, ਅਤੇ ਬਟ ਓਬਵੀਅਸ ਹੈ ਮੈਂ ਜੀ ਰਹੀ ਹਾਂ ਆਪਣੀ ਜ਼ਿੰਦਗੀ, ਬਹੁਤ ਅੱਛੀ ਜੀ ਰਹੀ ਹਾਂ, ਔਰ ਅੱਗੇ ਇਹਨੂੰ ਕੰਟੀਨਿਊ ਰੱਖਾਂਗੀ ਅਤੇ ਇੱਥੇ ਚੱਲਦਾ ਰਹੇਗਾ। ਹਾਂਜੀ। ਜਦੋਂ ਕਦੀ ਮਾਰਕੀਟ ਦੇ ਵਿੱਚ ਜਾਂਦੇ ਹੋ ਕੋਈ ਕਮੈਂਟ ਮਿਲਦੇ ਆ ਮੁੰਡਿਆਂ ਤੋਂ? ਮੋਸਟਲੀ ਮੁੰਡਿਆਂ ਦਾ ਕੰਮ ਹੁੰਦਾ ਇੱਥੇ। ਬਹੁਤ ਜ਼ਿਆਦਾ। ਹੁਣੇ ਵੀ ਜਿਵੇਂ ਆ ਰਹੀ ਸੀ ਅਤੇ ਡੋਲੇ ਦੇਖ ਕੇ ਸਭ ਐਂ ਦੇਖਦੇ ਰਹਿਣਗੇ, ਮਤਲਬ ਦੇਖਦੇ ਹੀ ਰਹਿਣਗੇ ਕਿ ਕਿਆ ਬਣੀ ਹੋਈ ਹੈ। ਔਰ ਕੁਛ ਪੋਕ ਵੀ ਕਰਦੇ ਹੈ, ਲੇਡੀਜ਼ ਹੋਣ ਜਾਂ ਲੜਕੇ ਹੋਣ, ਪੋਕ ਵੀ ਕਰਦੇ ਹੈ ਇੰਨੀ ਬੋਡੀ ਬਣਾ ਕੇ ਕੀ ਕਰਨਾ ਹੈ। ਅਤੇ ਉਹਨਾਂ ਨੂੰ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਮੇਰੀ ਬੋਡੀ ਹੈ, ਮੇਰੀ ਚੋਇਸ ਹੈ, ਮੈਂ ਜੋ ਮਰਜ਼ੀ ਬਣਾਵਾਂ। ਮੈਂ ਇੰਨੀ ਮਿਹਨਤ ਕਰ ਰਹੀ ਹਾਂ, ਅਗਰ ਮੈਂ ਤੁਹਾਡੇ ਤੋਂ ਡਿਫਰੈਂਟ ਨਾ ਦਿਖਾਂ ਤਾਂ ਕਿਆ ਫਾਇਦਾ ਉਸ ਮਿਹਨਤ ਦਾ, ਹੈ ਨਾ। ਇੰਨੀ ਮਿਹਨਤ ਕਰ ਰਹੀ ਹਾਂ, ਤੁਸੀਂ ਵੀ ਬਣਾਓ, ਤੁਸੀਂ ਵੀ ਕਰੋ। ਅਤੇ ਸਭ ਦਾ ਰਿਐਕਸ਼ਨ ਅਲੱਗ ਅਲੱਗ ਹੁੰਦਾ ਹੈ, ਸਭ ਦੇਖਦੇ ਹੈ, ਔਰ ਬਹੁਤ ਜ਼ਿਆਦਾ ਲੋਕ ਹੈ ਜੋ ਐਪਰੀਸ਼ੀਏਟ ਕਰਦੇ ਹੈ ਔਰ ਬਹੁਤ ਮੋਟੀਵੇਟ ਹੁੰਦੇ ਹੈ। ਲੇਡੀਜ਼ ਸਪੈਸ਼ਲੀ ਬਹੁਤ ਮੋਟੀਵੇਟ ਹੁੰਦੇ ਹੈ, ਜੈਂਟਸ ਬਹੁਤ, ਲੜਕੇ ਬਹੁਤ। ਸਾਡੇ ਜਿਮ 'ਚ ਕਿੰਨੇ ਲੜਕੇ ਹੈਗੇ ਜੋ ਬਹੁਤ ਜ਼ਿਆਦਾ, ਕਈ ਵਾਰ ਮੈਂ ਵਰਕਆਊਟ ਲਗਾ ਦੀ, ਮੇਰੇ ਕੋਲ ਪੁੱਛਦੇ ਹੁੰਦੇ ਕਿ ਮੈਮ ਫਾਰਮ ਠੀਕ ਹੈ, ਇਹ ਠੀਕ ਲਗਾ ਰਹੇ ਹੋ, ਤਾਂ ਉਹ ਐਪਰੀਸੀਏਸ਼ਨ ਤਾਂ ਮਿਲਦੀ ਰਹਿੰਦੀ ਹੈ। ਅਤੇ ਗਲਤ ਵਾਲੇ ਵੀ ਹੈਗੇ ਹੈ ਕਿ ਕਿਆ ਬੰਦਾ ਬਣੀ ਜਾ ਰਹੀ ਹੈ, ਇਹ ਹੈ ਉਹ ਹੈ, ਦੈਟ ਇਜ਼ ਓਕੇ, ਉਹਨਾਂ ਦੇ ਵਿਊਜ਼ ਹੈਗੇ ਹੈ। ਹਰ ਇੱਕ ਰੱਬ ਨੇ ਸਭ ਨੂੰ ਇੱਕ ਸਰੀਰ ਦਿੱਤਾ ਹੈ, ਉਹ ਉਹਦੇ 'ਤੇ ਡਿਪੈਂਡ ਹੈ ਉਹਨੇ ਉਹਦਾ ਕਿਵੇਂ ਯੂਜ਼ ਕਰਨਾ ਹੈ, ਉਹ ਆਪਣੀ ਕਿਵੇਂ ਪਾਵਰ ਕੱਢਣੀ ਹੈ, ਬਸ। ਬ੍ਰੌਂਜ਼ ਮੈਡਲ ਕਦੋਂ ਜਿੱਤਿਆ? ਬ੍ਰੌਂਜ਼ ਮੈਡਲ ਮੈਂ ਲਾਸਟ ਈਅਰ ਜਿੱਤਿਆ ਡਿਸੰਬਰ 'ਚ। 12 ਦਸੰਬਰ ਨੂੰ ਮੇਰਾ ਕੰਪੀਟੀਸ਼ਨ ਸੀ, ਪਹਿਲੇ 6 ਦਸੰਬਰ ਨੂੰ ਸੀ, ਨਹੀਂ 4 ਦਸੰਬਰ ਨੂੰ ਸੀਗਾ, ਉੱਥੇ ਮੈਂ ਕੁਝ ਨਹੀਂ ਸੀ ਜਿੱਤਿਆ। ਫਿਰ 6 ਨੂੰ ਸੀ ਬੈਕ ਟੂ ਬੈਕ ਦੂਸਰਾ 12 ਨੂੰ ਹਫਤੇ ਬਾਅਦ, ਅਤੇ ਉੱਥੇ ਮੈਂ ਮਿਸ ਏਸ਼ੀਆ ਬ੍ਰੌਂਜ਼ ਮੈਡਲ ਜਿੱਤਿਆ ਸੀ, ਉਹ ਦਿੱਲੀ ਹੋਇਆ ਸੀ। ਹਾਂ, ਅਤੇ ਮੇਰੇ ਸਰ ਨੇ ਮੇਰੀ ਬਹੁਤ ਹੈਲਪ ਕੀਤੀ ਹੈ, ਔਰ ਨੋ ਡਾਊਟ ਮੇਰੇ ਬੱਚਿਆਂ ਨੇ ਔਰ ਮੇਰੇ ਹਸਬੈਂਡ ਨੇ ਵੀ ਹਰ ਟਾਈਮ ਮੇਰਾ ਸਾਥ ਦਿੱਤਾ ਹੈ, ਬਸ ਫਿਰ ਜਿੱਤ ਲਿਆ। ਕਿਹੜੇ ਕੰਪੀਟੀਸ਼ਨ ਦੀ ਤਿਆਰੀਆਂ ਕਰ ਰਹੇ ਹੋ? ਅੱਗੇ ਮੈਂ ਨੈਕਸਟ ਈਅਰ ਖੇਡਾਂਗੀ, ਸ਼ੇਰੂ ਕਲਾਸਿਕ ਹੈ, ਉਹਦੇ 'ਚ ਪ੍ਰੋ ਕਾਰਡ ਮਿਲਦਾ ਤੁਹਾਨੂੰ, ਅਤੇ ਉਹ ਬਹੁਤ ਇੰਪੋਰਟੈਂਟ ਹੈ ਲੈਣਾ। ਅਤੇ ਅਗਰ ਪ੍ਰੋ ਕਾਰਡ ਜਿੱਤ ਗਈ ਫਿਰ ਮੈਂ ਬਾਹਰ ਮਿਸਟਰ ਓਲੰਪੀਆ ਜਾਂ ਜਿੰਨੇ ਵੀ ਬਾਹਰ ਦੇ ਪ੍ਰੋ ਕੰਪੀਟੀਸ਼ਨਸ ਹੈਗੇ ਉਹਨਾਂ 'ਚ ਪਾਰਟੀਸਿਪੇਟ ਕਰਾਂਗੀ, ਇੰਡੀਆ ਨੂੰ ਰਿਪਰੈਜ਼ੈਂਟ ਕਰਾਂਗੀ। ਫਿਰ ਸਵਿਤੀ ਜੀ, ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਆ ਨਾ ਤਾਂ ਰਾਹ ਦੇ ਵਿੱਚ ਦਿੱਕਤਾਂ ਬਹੁਤ ਆਉਂਦੀਆਂ ਨੇ। ਜਿਸ ਤਰ੍ਹਾਂ ਤੁਸੀਂ ਆਪਣੀ ਲੌਸ ਫੈਮਿਲੀ ਅੱਗੇ ਗੱਲ ਰੱਖੀ, ਮੈਂ ਬੋਡੀ ਬਿਲਡਰ ਬਣਨਾ ਚਾਹੁੰਦੀ ਹਾਂ, ਤਾਂ ਥੋੜ੍ਹੇ ਬਹੁਤ ਕਿੰਤੂ ਪਰੰਤੂ ਉਦੋਂ ਵੀ ਹੋਏ, ਚਲੋ ਬਾਅਦ 'ਚ ਐਗਰੀ ਕਰ ਗਏ। ਇਸ ਤੋਂ ਇਲਾਵਾ ਕੋਈ ਇੱਦਾਂ ਦਾ ਇਨਸੀਡੈਂਟ ਜਿਸ ਨੇ ਇੱਕ ਵਾਰੀ ਤੁਹਾਨੂੰ ਤੋੜ ਕੇ ਰੱਖ ਦਿੱਤਾ ਹੋਵੇ ਵੀ ਮੈਂ ਹੁਣ ਇਹ ਕੰਮ ਨਹੀਂ ਕਰ ਸਕਦੀ? ਐਸਾ ਇਹ ਤਾਂ ਬਹੁਤ ਅੰਦਰ ਦਾ ਕੁਐਸਚਨ ਹੈ। ਹਾਂਜੀ, ਇਹ ਤਾਂ ਬਹੁਤ ਨੋਰਮਲ ਹੈਗਾ, ਐਸਾ ਤਾਂ ਇੱਕ ਵਾਰੀ ਨਹੀਂ ਹੋਇਆ, ਬਹੁਤ ਵਾਰ ਹੋਇਆ। ਮੇਰਾ ਜੋ ਬੋਡੀ ਬਿਲਡਿੰਗ ਦਾ ਇੱਕ ਜਰਨੀ ਹੈ ਨਾ, ਇਹ ਮੈਂਟਲੀ ਪਹਿਲੇ ਤੁਹਾਨੂੰ ਆਪਣਾ ਕਰਨਾ ਪੈਂਦਾ ਹੈ ਫਿੱਟ ਆਪਣਾ, ਉਹਦੇ ਬਾਅਦ ਡਾਈਟ ਦਾ ਬਹੁਤ ਖਰਚਾ ਹੈ, ਬਹੁਤ ਜ਼ਿਆਦਾ। ਹਾਲਾਂਕਿ ਘਰੋਂ ਮੈਨੂੰ ਕਦੀ ਦਿੱਕਤ ਨਹੀਂ ਆਈ, ਕਦੀ ਨਹੀਂ, ਬਟ ਐਜ਼ ਅ ਰਿਸਪੋਂਸਿਬਲ ਮਦਰ ਵੂਮਨ ਇਹ ਮੇਰਾ अपना एक वो सी कि मैं जिन्ने भी अपना खाना पीना अपने सप्लीमेंट हो मैं अपने तो अर्न करके खावा, मतलब मैनू मंगना ना पे, क्योंकि हालांकि करो कोई दिक्कत नहीं है, हस्बैंड बहुत सपोर्टिव है, सब कुछ है, बट स्टिल रहता है एक एज अ ह्यूमन बीइंग के नहीं मंगना। ਉਹ ਕਈ ਵਾਰੀ ਮੇਰੀ ਦਿੱਕਤ ਆਈ ਹੈ ਮੈਨੂੰ ਕਿ ਮੈਂ ਹਸਬੈਂਡ ਨੂੰ ਉਹਨਾਂ ਨੇ ਹਮੇਸ਼ਾ ਕਿਹਾ, ਬਟ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ, ਮੈਂ ਬਾਅਦ 'ਚ ਲੈ ਲਾਂਗੀ ਪ੍ਰੋਟੀਨ, ਜਾਂ ਮੈਂ ਬਾਅਦ 'ਚ ਕਰ ਲੂੰਗੀ, ਕੋਈ ਗੱਲ ਨਹੀਂ, ਕਿਉਂਕਿ ਤੁਹਾਡੇ ਕੈਲਸ਼ੀਅਮ ਮਲਟੀਵਾਈਟਾਮਿਨ ਪ੍ਰੋਟੀਨ ਸਸਤਾ ਨਹੀਂ ਹੈ। ਔਰ ਬੋਡੀ ਬਿਲਡਿੰਗ 'ਚ ਤੁਹਾਡੀ ਡਾਈਟ, ਚਿਕਨ ਡੇਲੀ ਖਾਣਾ ਮੈਨੂੰ 350-400 ਗ੍ਰਾਮ ਖਾਣਾ ਹੁੰਦਾ ਹੈ, ਉਹ ਡੇਲੀ ਦੀ ਡਾਈਟ ਉਹ ਮੈਂ ਕਿਵੇਂ ਕਵਰ ਅਪ ਕਰਾਂਗੀ। ਮੈਂ ਪੋਜ਼ੀਟਿਵ ਮੇਰੇ 'ਚ ਇਹ ਰਿਹਾ ਕਿ ਮੈਂ ਕਦੀ ਸੋਚਿਆ ਨਹੀਂ ਕਿ ਕਿਵੇਂ ਹੋਏਗਾ। ਇਹ ਰੱਬ ਵੱਲੋਂ ਬਹੁਤ ਮਿਹਰ ਰਹੀ ਹੈ ਕਿ ਮੇਰਾ ਉਹ ਆਪੇ ਬੰਦਾ ਗਿਆ। ਇੱਕ ਅੱਧਾ ਕੰਪੀਟੀਸ਼ਨ ਜਿੱਤਿਆ ਜਿਹਦੇ 'ਚ ਮੈਨੂੰ ਸਪਲੀਮੈਂਟਸ ਫ੍ਰੀ ਆ ਗਏ, ਮੈਨੂੰ ਮੰਗਣੇ ਨਹੀਂ ਪਏ, ਮਤਲਬ ਕਹਿਣਾ ਨਹੀਂ ਪਿਆ। ਹਾਂ, ਫਿਰ
ਸਪਾਂਸਰਸ਼ਿਪਸ ਮਿਲ ਗਈ ਮੈਨੂੰ ਪ੍ਰੋਟੀਨ ਉਹਦੀ ਆਹਿਸਤਾ ਆਹਿਸਤਾ। ਹਾਂ, ਜਿਹੜੀ ਇਹ ਦਿੱਕਤਾਂ ਆਈਆਂ ਉਹਦੇ ਮੈਂ ਫੇਸ ਕੀਤੀਆਂ। ਫਿਜ਼ੀਕਲੀ ਮੈਨੂੰ ਬਹੁਤ ਦਿੱਕਤਾਂ ਆਈਆਂ। ਮੇਰਾ ਟੈਨਿਸ ਐਲਬੋ ਹੋ ਗਿਆ ਸੀ ਤੇ ਡਾਕਟਰ ਨੇ ਕਿਹਾ ਸੀ 2.5-3 ਕਿਲੋ ਤੋਂ ਜ਼ਿਆਦਾ ਡੰਬਲ ਨਹੀਂ ਚੱਕਣਾ। ਉਦੋਂ ਮੈਂ ਬਹੁਤ ਜ਼ਿਆਦਾ ਹੋ ਗਈ ਸੀ। ਮੈਂ 2-2.5 ਮਹੀਨੇ ਜਿਮ ਨਹੀਂ ਸੀ ਕੀਤਾ। ਉਹਨਾਂ ਨੇ ਕਿਹਾ ਅਗਰ ਚੱਕੋਗੇ ਤੇ ਇਹਦਾ ਆਪਰੇਸ਼ਨ ਕਰਾਉਣਾ ਪਏਗਾ। ਬਟ 2-2.5 ਮਹੀਨੇ ਮੈਂ ਕੁਝ ਨਹੀਂ ਸੀ ਕੀਤਾ, ਘਰ ਬੈਠੀ ਰਹਿੰਦੀ ਸੀ। ਬਸ ਨॉर्मल ਖਾਣਾ ਖਾਣਾ, ਮਤਲਬ ਨॉर्मल ਜਿਵੇਂ ਬਨਾਨਾ ਖਾਣਾ, ਬਸ ਚਪਾਤੀਆਂ ਇਹ वो, ਕੁਝ ਪ੍ਰੋਟੀਨ ਨਹੀਂ, ਕੁਝ ਨਹੀਂ। ਔਰ ਫਿਰ ਇੱਕ ਦਿਨ ਬੋਰ ਹੋ ਗਈ। ਮੈਂ ਕਿਹਾ ਚੱਲ ਜਿਮ ਚੱਲਨੀ ਆ, 2-2 2.5 ਚੱਕ ਲੈਂਦੀ ਆ, ਕੀ ਹੋ ਜਾਏਗਾ। ਉਹ ਦਿਨ ਔਰ ਅੱਜ ਦਾ ਦਿਨ ਮੈਨੂੰ ਨਹੀਂ ਪਤਾ ਉਹ ਡਾਕਟਰ ਕਿੱਥੇ ਹੈਗਾ, ਮੈਂ ਫੜ ਕੇ ਉਹਨੂੰ ਕੁੱਟਣਾ ਹੈ। ਮੇਰੇ ਖਿਆਲ ਸੇ ਅੱਜ ਮੈਂ 30 ਕਿਲੋ, ਪਰਸੋਂ ਚੌਥ ਮੈਂ 30 ਕਿਲੋ ਦੀ ਬੈਂਚ ਪ੍ਰੈਸ ਲਗਾਈ ਹੈ। 30 ਕਿਲੋ ਹੱਥ 'ਚ ਫੜੇ ਹੋਏ ਸੀ, 70 ਕਿਲੋ ਤਾਂ ਦੂਜੇ 'ਚ ਲਗਾ ਲੈਂਦੀ ਹਾਂ। ਬਟ ਉਹੀ ਹੈ ਕਿ ਤੁਸੀਂ ਕੁਝ ਕਰਨਾ ਚਾਹੋ ਨਾ, ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਉਹ ਟੈਨਿਸ ਐਲਬੋ ਕਿੱਥੇ ਗਿਆ ਮੈਨੂੰ ਕੁਝ ਪਤਾ ਹੀ नहीं है। तो ये जो लोग बहाने मारते रहते हैं ना, मेरा ये हो गया, मेरा वो हो गया, गोडा ये है वो है, वो सब बहाने। अगर तुम करना चाहो तो सब कुछ कर सकते हो। यू आर जस्ट एक कदम दूर है थॉट प्रोसेस का। हाँ, एक थॉट बना लिया, नहीं करना है, हो जाएगा, देख लांगे, शुरू तो करिए, हो जाएगा। ਜਿਸ ਤਰ੍ਹਾਂ ਤੁਸੀਂ ਬਾਡੀ ਬਿਲਡਿੰਗ ਕਰਦੇ ਹੋ, ਤੁਹਾਡੀ ਕੁੜੀਆਂ ਵੀ ਵਰਕਆਊਟ ਕਰ ਰਹੀਆਂ ਨੇ, ਉਹਨਾਂ ਨੇ ਵੀ ਸੁਪਨਾ ਉਹਨਾਂ ਦਾ ਕੀ ਹੈ, ਅਸੀਂ ਵੀ ਬਾਡੀ ਬਿਲਡਰ ਬਣਨਾ ਹੈ। नहीं जी, मेरी वड्डी बेटी उन्हें स्पोर्ट्स साइकोलॉजिस्ट बनना है। हाँ, ਉਹਦੀ स्टडीज़ शुरू हो रही हैं आगे नेक्स्ट मंथ तो। और छोटी वाली ने शेफ़ बनना है, आइदर डाइटिशियन और शेफ़। वो ਉਹਨੂੰ ਹਜੇ डिसाइड कर रही है। ऑलमोस्ट हो गया है वैसे तो, बट शी इज़ स्टिल के मम्मा अभी देख लेती हूँ। ਬੜੀ ਛੇਤੀ ਸਵਿੰਗ बहुत बस ਉਹਨਾਂ ਦਾ ਹੀ ਹੈ। बट दोनों ने फिटनेस 'ਚ ਹੀ ਆਉਣਾ ਹੈ। ਜਿਵੇਂ ਇੱਕ ਸਪੋਰट्स ਸਾਈਕੋਲੋਜਿਸਟ बनना है, हाँ, तो एक ने डाइटिशियन या शेफ़। लेकिन शेफ़ भी ਉਹਨੇ अपना डाइट वाला ही बनना है। हाँ, गुड डाइट सारे ਨੂੰ ਅੱਛਾ प्रोवाइड कर सके। तो शायद यू नेवर नो अपकमिंग बॉडी बिल्डर बने मेरी छोटी वाली, ਉਹਨੂੰ ਬਹੁਤ ਸ਼ੌਂਕ ਪੈ ਗਿਆ ਮੈਨੂੰ ਦੇਖ ਦੇਖ ਕੇ। ਜੀ, ਜਦੋਂ ਇਹ ਆਪਾਂ ਕੋਚਿੰਗ ਨਾ ਇੱਕ ਮੇਲ ਤੋਂ ਲਈਏ ਨਾ, ਇੱਕ ਹੈਜ਼ਿਟੇਸ਼ਨ ਹੁੰਦੀ ਹੈ। ਤੁਹਾਡੇ ਵੀ ਮੇਲ ਕੋਚ ਨੇ, ਕਦੀ ਇਸ ਤਰ੍ਹਾਂ ਦੀ ਹੈਜ਼ਿਟੇਸ਼ਨ ਹੋਈ ਵੀ ਯਾਰ ਮੈਂ ਇੱਕ ਫੀਮੇਲ ਤੇ ਉਹ ਮੇਲ, ਮੈਂ ਕਿਸ ਤਰ੍ਹਾਂ ਇਹ ਚੀਜ਼ ਪੁੱਛਾਂ ਜਾਂ ਕੁਝ ਵੀ? बॉडी बिल्डिंग एक ऐसा गेम है कि मेल ओरिएंटेड है, मतलब मेल्स ज़्यादा है। तो जो मैं डिसाइड किया कि मैं बॉडी बिल्डिंग करनी है और असी बिकनी पा के स्टेज 'ਚ जाना होंदा है। शायद पता नहीं तुसी देखिया कि नहीं। तो तुहानू ਇਹ ਚੱਕ ਉਤਾਰਨਾ ਪੈਂਦਾ ਹੈ। बिल्कुल शुरू तो मेरे कोच वैसे जिन्हों तो भी मैं ट्रेनिंग लीती लड़के रहे हैं। तो जो मैं सर को आई, मैं सर को देखा, या पहले मैं सर को फॉलो करती सी, तो मैं क्या अगर मैंने कोई ट्रेनिंग दे सकता है तो यही बंदा है, बस होर कोई नहीं। तो कुड़ियाँ मैनू पता नहीं, एक पॉजिटिव पॉइंट है कि कुड़ियाँ मतलब मैनू लगता मैं 30 किलो तो वैसे ही चक लैनी हाँ, तो इस तो ज़्यादा उत्ते किन्नी है कि चक्केगी, है ना। तो सर तो मैं बहुत इंस्पायर हुई हाँ। बट ऐसा कभी नहीं होया। मेरी और सर दी शायद एज भी साडी सेम ही है, एक अद्धे साल बड़े छोटे होंगे। बट ही इज़ अ कमेंडेबल सर, अमेजिंग टीचर, जिन्होंने मेरी लाइफ दा थॉट प्रोसैस सब चेंज करता है। मैनू गोल कहते ना, जो गुरु होंदा है तो गोल दिखाने का रास्ता वो है पुनीत सर मेरे वास्ते। तो ऐ नहीं मैं कह रही कि ओ सर, ਤੁਹਾਡਾ ਕੋਈ ਵੀ ਕੋਚ ਹੋਏ, ਤੁਹਾਨੂੰ ਉਹਦੇ 'ਤੇ ਟਰਸਟ ਕਰਨਾ ਪਏਗਾ। ਕੋਈ ਵੀ ਹੋਏ, ਤੁਹਾਡੀ ਮਾਂ ਹੋਏ, ਤੁਹਾਡੇ ਪਾਪਾ ਹੋਣ, ਬ੍ਰਦਰ ਵੱਡਾ ਹੋਏ, ਸਿਸਟਰ ਵੱਡੀ ਹੋਏ, ਤੁਹਾਨੂੰ ਟਰਸਟ ਕਰਨਾ ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ। ਅਗਰ ਉਹ ਤੁਹਾਨੂੰ ਕੋਈ ਗਲਤ ਨਹੀਂ ਦੱਸੇਗਾ, ਗਲਤ ਵੀ ਜੋ ਦੱਸਣਗੇ ਉਹ ਤੁਹਾਨੂੰ ਪਤਾ ਚੱਲ ਜਾਏਗਾ। ਸਿਕਸ ਸੈਂਸ ਹੁੰਦੀ ਹੈ ਸਾਡੇ 'ਚ, ਉਸ ਫੀਮੇਲ 'ਚ ਵੀ ਸਪੈਸ਼ਲੀ ਸਾਨੂੰ ਪਤਾ ਚੱਲ ਜਾਂਦਾ। ਬਟ ਮੈਂ ਕਹਿੰਦੀ ਮੈਨੂੰ ਤਾਂ ਗੁਰੂ ਮਿਲ ਗਿਆ। ਅਤੇ ਕਈ ਵਾਰ ਸਾਡੀ ਕੋਈ ਗੱਲ ਹੁੰਦੀ ਹੈ तो सर कहते मैं फड़दा नहीं किसी स्टूडेंट ਨੂੰ। मैं क्या मैं बड़ी ढीठ हाँ, मैं ਤੁਹਾਨੂੰ ਛੱਡਣਾ ਨਹੀਂ। मैं क्या मैं ਜਿਹਦੇ ਪਿੱਛੇ ਪੈ ਜਾਂਦੀ ਉਹਨੂੰ ਛੱਡਦੀ ਨਹੀਂ। ਬਿਲਕੁਲ ਸਵੀਟੀ ਜੀ, ਬਹੁਤ ਸਾਰੀਆਂ ਲੇਡੀਜ਼ ਹੁੰਦੀਆਂ ਕਹਿੰਦੀਆਂ ਵੀ ਅਸੀਂ ਇਹ ਕੰਮ ਨਹੀਂ ਕਰਨਾ, ਜਾਂ ਫਿਰ ਜਦੋਂ ਤੁਸੀਂ ਇਸ ਸਟ੍ਰੈਸ ਦੇ ਵਿੱਚ ਆਉਂਦੇ ਹੋ, ਫੈਮਿਲੀ ਜਦੋਂ ਐਗਰੀ ਹੋ ਜਾਂਦੀ ਹੈ, ਬਟ ਕੁਝ ਗੁਆਂਢੀ, ਕੁਝ ਰਿਸ਼ਤੇਦਾਰ ਇਦਾਂ ਦੇ ਹੁੰਦੇ, ਉਹ ਕੰਨ ਭਰਨੇ ਜ਼ਰੂਰ ਸ਼ੁਰੂ ਕਰਦੇ ਨੇ ਵੀ ਆਹ ਕਿਹੜੇ ਕੰਮ ਕਰ ਲਏ, ਕਿੱਦਾਂ ਦੇ ਕੱਪੜੇ ਪਾਏ ਹੈ। ਤੇ ਕਦੀ ਇਦਾਂ ਦਾ ਤਾਨੇ ਮਿਹਣੇ ਸੁਣਨ ਨੂੰ ਮਿਲੇ? ਹਾਂਜੀ, ਬਹੁਤ ਛੱਡਤਾ ਉਹ सब। उस टाइम हौसला टूटे? बहुत बार। पर नेक्स्ट डे अपना बैग पकड़े हैं और जिम आ गई हाँ। मैं जाओ अपनी देखो, मैनू डिस्टर्ब नहीं करना। साड़ी अपनी जर्नी है, अपने दुख है, अपनी लाइफ हैगी है। सानू कोई क्या कर रहा है, सानू किसी तो लेना देना नहीं है। मैनू साड़ी फील्ड इहो जी हैगी है कि पेरेंट्स नाराज़ हो जाते हैं। बट कुछ चीज़ां असी पेरेंट्स नू भी नहीं समझा सकते, ਉਹਨਾਂ ਨੂੰ ਸਮਝਣਾ ਪਏਗਾ। ਅਸੀਂ ਨਹੀਂ ਸਮਝਾ ਸਕਦੇ, ਉਹਦਾ ਕੋਈ ਰੀਜ਼ਨ ਨਹੀਂ ਹੈ। ਅਸੀਂ ਉਹਨਾਂ ਨੂੰ ਹਰਟ ਨਹੀਂ ਕਰਨਾ ਚਾਹੁੰਦੇ, ਬਟ ਅਸੀਂ ਨਹੀਂ ਸਮਝਾ ਸਕਦੇ। ਉਹਦਾ ਇੱਕੋ ਆਨਸਰ ਹੈ ਕਿ ਮੂੰਹ ਬੰਦ ਕਰਕੇ
ਜਦੋਂ ਸਕਸੈਸ ਆਏਗੀ ਤੁਹਾਡੀ, ਆਪਣੀ ਮਿਹਨਤ ਕਰਦੇ ਜਾਓ ਤੇ ਬਸ ਸ਼ਾਂਤ ਰਹਿ ਕੇ। ਵੀ ਤੁਹਾਡੀ ਸਕਸੈਸ ਨੇ ਵੱਡੇ ਵੱਡਿਆਂ ਦੀ ਬੋਲਤੀ ਬੰਦ ਕਰਾ ਦਿੱਤੀ। ਹਜੇ ਤੇ ਕੁਝ ਨਹੀਂ, ਹਜੇ ਤੇ ਸ਼ੁਰੂ ਹੋਇਆ ਹੈ, ਹਜੇ ਤੇ ਜਰਨੀ ਸ਼ੁਰੂ हुई है, जस्ट स्टार्टेड। हजे बहुत बहुत कुछ करना है, बहुत आगे जाना है, बहुत सपने हैं, तो आहिस्ता आहिस्ता स्टेप बाय स्टेप, दिल नहीं हारना, हौली हौली करते जाना है। ਲਾਸਟ ਸਵਾਲ ਹੈ ਮੇਰਾ, ਬਹੁਤ ਸਾਰੇ ਲੋਕ ਜਿਹੜੇ ਲੇਡੀਜ਼ ਹੁੰਦੀਆਂ ਨੇ ਵਿਆਹ ਤੋਂ ਬਾਅਦ ਕਹਿੰਦੀਆਂ ਅਸੀਂ ਘਰ ਦਾ ਚੁੱਲ੍ਹਾ ਚੌਂਕਾ ਸੰਭਾਲੀਏ, ਜਾਂ ਜੌਬ ਕੀਤੀ, ਜੌਬ ਤੋਂ ਘਰ ਆ ਗਏ, ਬਸ ਇਹੀ ਸਾਡੀ ਲਾਈਫ ਬਣ ਕੇ ਰਹਿ ਗਈ। ਉਹਨਾਂ ਲੇਡੀਜ਼ ਨੂੰ, ਉਹਨਾਂ ਕੁੜੀਆਂ ਨੂੰ ਕੀ ਮੈਸੇਜ ਦੋ? ਉਹਨਾਂ ਨੂੰ ਮੈਂ ਕਹਾਂਗੀ ਅੱਜ ਤੁਸੀਂ ਚੁੱਲ੍ਹਾ ਚੌਂਕਾ ਸੰਭਾਲ ਰਹੇ ਹੋ ਔਰ ਸਾਰਾ ਦਿਨ ਘਰ ਬੈਠੇ ਰਹਿੰਦੇ ਹੋ, ਬੱਚੇ ਕਦੋਂ ਆਉਣਗੇ, ਉਹਨਾਂ ਨੂੰ ਰੋਟੀ ਦੇਣੀ, ਹਸਬੈਂਡ ਕਦੋਂ ਆਉਣਗੇ, ਉਹਨਾਂ ਨੂੰ ਰੋਟੀ ਦੇਣੀ ਹੈ। ਇੱਕ ਦਿਨ ਉਹ ਬੱਚੇ ਚਲੇ ਜਾਣਗੇ, ਆਪਣੇ ਆਪਣਾ ਕੰਮ ਕਰਨਗੇ, ਹਸਬੈਂਡ ਵੀ ਆਪਣਾ ਕੰਮ ਕਰ ਰਹੇ, ਤੁਸੀਂ ਕਿੱਥੇ ਸਟੈਂਡ ਹੁੰਦੇ ਹੋ ਫਿਰ? ਇਹ ਹਰ ਇੱਕ ਵੂਮਨ ਨੂੰ ਮੈਂ ਗਾਰੰਟੀ ਦਿੰਦੀ ਹਾਂ, ਜਦੋਂ 30-35 ਕ੍ਰਾਸ ਕਰਦੀ ਹੈ ਨਾ, ਉਹਨੂੰ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ। 40 ਤੱਕ ਉਹ ਕਹਿੰਦੀ ਹੈ ਕਿ ਇਹ ਮੈਂ ਕੀ ਕੀਤਾ, ਕਾਸ਼ ਮੈਂ ਕੱਢ ਲਿੱਤਾ ਹੁੰਦਾ, ਕਾਸ਼ ਮੈਂ ਇਹਨਾਂ ਨੂੰ ਇਹਨਾਂ ਤੋਂ ਥੋੜ੍ਹਾ ਜਿਹਾ ਟਾਈਮ ਕੱਢ ਕੇ ਆਪਣੀ ਹੈਲਥ ਵੱਲ ਜਾਂ ਆਪਣਾ ਕਰੀਅਰ ਜੋ ਬਣਾਉਣਾ ਉੱਥੇ ਦੇ ਦਿੱਤਾ ਹੁੰਦਾ। ਅਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ, ਤੁਹਾਡੀ ਜੋ ਵੀ ਏਜ ਹੈਗੀ ਹੈ, ਜਿੱਥੇ ਵੀ ਤੁਸੀਂ ਪਹੁੰਚੇ ਹੋ, ਤੁਸੀਂ ਅੱਜ ਵੀ ਸ਼ੁਰੂ ਕਰ ਸਕਦੇ ਹੋ, ਚਾਹੇ 60 'ਚ ਹੋ, ਚਾਹੇ 70 'ਚ ਹੋ, ਚਾਹੇ 80 'ਚ ਹੋ। ਅਗਰ 20 'ਚ ਹੋ ਜਾਂ 25 'ਚ ਹੋ ਤੁਹਾਡਾ ਵਿਆਹ ਹੋ ਗਿਆ, ਤੁਸੀਂ ਹੁਣੇ ਤੋਂ ਸ਼ੁਰੂ ਕਰ ਲਓ, ਇੰਨਾ ਲੇਟ ਨਾ ਕਰੋ। ਇਹ ਹੁਣ ਉਹ ਟਾਈਮ ਨਹੀਂ ਰਹਿ ਗਿਆ ਕਿ ਅਸੀਂ ਦੁਨੀਆ ਬਹੁਤ ਅੱਗੇ ਚਲੇ ਗਈ ਹੈ, ਸਭ ਆਪਣੇ ਆਪਣੇ ਕੰਮਾਂ 'ਚ ਰੁੱਝ ਜਾਂਦੇ ਆ, ਕੋਈ ਨਹੀਂ ਕਿਸੇ ਨੂੰ ਪੁੱਛਦਾ। ਆਪਣੀ ਆਪਣੀ ਲਾਈਫ ਦਾ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਔਰ ਕਿਸੇ 'ਤੇ ਬਰਡਨ ਨਹੀਂ ਬਣਨਾ ਕਦੀ ਵੀ, ਸਪੈਸ਼ਲੀ ਆਪਣੀ ਸਿਹਤ ਨੂੰ ਲੈ ਕੇ। ਬੈੱਡ 'ਤੇ ਨਹੀਂ ਪਏ ਰਹਿਣਾ। ਹੁਣ ਅਸੀਂ ਤੈਨੂੰ ਸਾਰੀ ਉਮਰ ਪਾਲਿਆ, ਇੱਕ ਸਾਡੇ ਇੰਡੀਅਨ ਪੇਰੈਂਟਸ ਦੀ ਇਹ ਬਹੁਤ ਥਾਟ ਪ੍ਰੋਸੈਸ ਹੈ, ਅਸੀਂ ਤੁਹਾਨੂੰ ਸਾਰੀ ਉਮਰ ਪਾਲਿਆ, ਹੁਣ ਤੁਸੀਂ ਕਰੋ ਵੀ। ਕਿਉਂ ਕਰਨ? ਉਹ ਇੱਕ ਅਲੱਗ ਸੋਲ ਆਏ ਹੋਏ ਹੈ, ਉਹਨਾਂ ਦਾ ਅਲੱਗ ਡ੍ਰੀਮ ਹੈ, ਉਹਨਾਂ ਨੂੰ ਜੀਣ ਦਿਓ, ਡ੍ਰੀਮ ਕਰਨ ਦਿਓ ਆਪਣੀ, ਹੈ ਨਾ। ਅਤੇ ਜੇ ਉਹਨਾਂ ਦੇ ਹੋਏਗਾ ਆਪਣੇ, ਉਹ ਆ ਜਾਣਗੇ। ਤੁਸੀਂ ਆਪਣੀ ਰਿਸਪੋਂਸਿਬਿਲਿਟੀ ਆਪਣੀ ਲਾਈਫ ਦੀ ਸੰਭਾਲੋ, ਫਿਟ ਰਹੋ ਆਪਣਾ, ਚਾਹੇ 2 ਪੈਸੇ ਘੱਟ ਕਮਾ ਲਓ, ਆਪਣੇ ਉਹ ਜਿਹੜੇ ਪੈਸੇ 4 ਪੈਸੇ ਕਮਾਏ, 2 ਆਪਣੇ ਸਿਹਤ 'ਤੇ ਲਾ ਲਓ, 2 ਖਾ ਲਓ, ਹੈ ਨਾ। ਅਤੇ ਅਸੀਂ ਬਰਡਨ ਕਿਉਂ ਬਣੀਏ ਕਿਸੇ 'ਤੇ, ਹੈ ਨਾ। ਮੇਰਾ ਇਹ ਥਾਟ ਪ੍ਰੋਸੈਸ ਹੈਗਾ, ਪਤਾ ਨਹੀਂ ਕਿਉਂ ਮੈਨੂੰ ਲੱਗਦਾ ਹੈ। ਬਹੁਤ ਸੋਹਣੀ ਸੋਚ ਹੈ ਤੁਹਾਡੀ, ਹਰ ਇੱਕ ਕੁੜੀ ਨੂੰ ਇਦਾਂ ਦੀ ਸੋਚ ਜ਼ਰੂਰ ਰੱਖਣੀ ਚਾਹੀਦੀ। ਹਾਂ, ਅਸੀਂ ਸਾਰੀ ਉਮਰ ਆਪਣੇ ਉਹੀ ਘਰ ਦੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਹਾਂ ਕਿ ਤੂੰ ਆਪਣੇ ਘਰ 'ਤੇ ਟਾਈਮ 'ਤੇ ਆ ਜਾ, ਅਗਰ ਜਿਮ ਤੋਂ ਲੇਟ ਹੋ ਗਏ ਜਾਂ ਕਿਤੇ ਪਾਰਟੀ 'ਤੇ ਗਏ, ਕਿਉਂ ਉੱਥੇ ਜਾਣੀ ਹੈ, ਕਿਉਂ ਇਹ ਕਰਨੀ ਹੈ, ਕਿਉਂ। ਉਹਦੀ ਆਪਣੀ ਜ਼ਿੰਦਗੀ ਨੂੰ ਜੀਣ ਦਿਓ, ਐਜ਼ ਅ ਮਦਰ ਵੀ, ਐਜ਼ ਅ ਫੀਮੇਲ ਵੀ। ਆਪਣਾ ਇੱਕ ਅਲੱਗ ਸੋਲ ਆਈ ਹੈ ਨਾ, ਉਹਦੇ ਆਪਣੇ ਡ੍ਰੀਮਸ ਹੈ, ਸ਼ਾਇਦ ਉਹਨੂੰ ਵਿਆਹ ਤੋਂ ਪਹਿਲਾਂ ਨਹੀਂ ਉਹ ਪੂਰੇ ਹੋਏ, ਤੇ ਹੁਣ ਕਰਨ ਦਿਓ। ਜਾਂ ਅਗਰ ਵਿਆਹ ਨਹੀਂ ਕਰਨਾ ਚਾਹੁੰਦੀ ਹੈ, ਬਹੁਤ ਨੋਰਮਲ ਹੈ, ਜ਼ਰੂਰੀ ਨਹੀਂ ਹੈ ਵਿਆਹ ਕਿ ਐਂਡ ਹੈ, ਕੋਈ ਡੈਸਟੀਨੀ ਲਾਸਟ ਇੱਕ ਗੋਲ ਹੈਗਾ ਕਿ ਵਿਆਹ ਹੀ ਕਰਨ ਵਾਸਤੇ ਕੁੜੀਆਂ ਸੰਭਾਲਣੀਆਂ, ਜਾਂ ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਨੌਕਰੀ ਕਰਾਈ, ਵਿਆਹ ਕਰਾ ਦਿਓ। ਨਹੀਂ, ਉਹਨਾਂ ਨੂੰ ਜੀਣ ਦਿਓ ਆਪਣੀ ਜ਼ਿੰਦਗੀ। ਜਦੋਂ ਉਹਨਾਂ ਨੂੰ ਲੱਗ ਜਾਏ ਕਿ ਚਲੋ ਹੁਣ ਆਪਾਂ ਜ਼ਿੰਦਗੀ ਜੀ ਲਈ ਆ, ਹੁਣ ਕੁਛ ਡਿਫਰੈਂਟ ਕਰੀਏ, ਤਾਂ ਫਿਰ ਵਿਆਹ ਕਰ ਲਓ। ਗੱਲਾਂ ਵੀ ਤੁਹਾਡੀਆਂ ਮੁੰਡਿਆਂ ਵਾਲੀਆਂ ਨੇ। ਥੈਂਕ ਯੂ ਜੀ। ਮੈਨੂੰ ਪਤਾ ਲੱਗੇ, ਕਹਿੰਦੇ ਵੀ ਸੁਮੀਤੀ ਜੀ ਬਾਈਕ ਵੀ ਬੜਾ ਸੋਹਣਾ ਚਲਾਉਂਦੇ ਨੇ, ਬਾਈਕ ਹੀ ਰੱਖਿਆ ਹੋਇਆ? ਹਾਂਜੀ ਜੀ, ਮੈਂ ਬਾਈਕਰ ਹੈਗੀ ਹਾਂ, ਮੇਰੇ ਕੋਲ BMW ਬਾਈਕ ਹੈਗੀ ਹੈ। ਲਾਸਟ ਈਅਰ ਮਾਰਚ 'ਚ ਲਿੱਤੀ ਸੀ ਮੈਂ, ਜਦੋਂ ਮੈਂ ਵੇਟ ਅੱਛੇ ਮਤਲਬ ਹੈਂਡਲ ਕਰ ਪਾਈ, ਅਤੇ ਮੈਂ ਫਿਰ ਬਾਈਕ ਖਰੀਦ ਲਈ। ਫਿਰ ਮੈਨੂੰ ਆਪਣੀ ਇਨਕਮ ਨਾਲ? ਹਾਂਜੀ, ਆਪਣੀ, ਔਰ ਆਪਣੀ ਬਾਈਕ ਖਰੀਦੀ, ਔਰ ਬਸ ਹੁਣ ਰਾਈਡਸ ਕਰਨੀਆਂ। ਸਾਡਾ ਬਾਈਕਰਸ ਦਾ ਗਰੁੱਪ ਹੈਗਾ ਪੂਰਾ ਟਰਾਈ ਸਿਟੀ ਦਾ, ਉਹਦੇ 'ਚ ਹੈਗੇ ਆ ਬॉयज़ ਵੀ ਹੈਗੇ ਆ। ਮੇਰੇ ਖਿਆਲ ਜਿਹੜਾ ਮੇਰਾ ਗਰੁੱਪ ਹੈਗਾ, ਮੈਂ ਪਹਿਲੇ ਇਕੱਲੀ ਲੇਡੀ ਸੀ, ਹੁਣ ਇੱਕ ਹੋਰ ਆਈ ਹੈ ਮੈਮ, ਅਤੇ 7-8 ਬੰਦੇ ਹੈ, ਮੈਂ ਇਕੱਲੀ ਲੇਡੀ ਰਾਈਡਰ। ਉਹਨਾਂ ਨੇ ਬਹੁਤ ਹੈਲਪ ਕੀਤੀ ਮੇਰੀ, ਬਹੁਤ ਅੱਛੇ ਫਰੈਂਡਸ ਹੈਗੇ ਮੇਰੇ, ਔਰ ਬਹੁਤ ਅੱਛੀ ਰਾਈਡਸ ਕਰਨੇ ਆ। ਹਾਂਜੀ, ਬਹੁਤ ਸ਼ੁਕਰੀਆ ਮੈਮ। ਉਮੀਦ ਕਰਦੇ ਹਾਂ ਵੀ ਹੁਣ ਤੁਸੀਂ ਹੋਰ ਮੈਡਲ ਲੈ ਕੇ ਆਓ, ਦੇਸ਼ਾਂ ਵਿਦੇਸ਼ਾਂ ਵਿੱਚ ਨਾਮ ਚ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਤਾਂ ਇਸ ਨੇ ਸੁਮੀਤੀ ਮਹਾਜਨ ਜੀ, ਜਿਨ੍ਹਾਂ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ, ਉਹਨਾਂ ਔਰਤਾਂ ਨੂੰ ਵੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਕਿ ਇਹ ਸੋਚ ਕੇ ਘਰਾਂ ਵਿੱਚ ਬੈਠ ਜਾਂਦੀਆਂ ਨੇ ਕਿ ਸਾਡੀ ਰੂਟੀਨ ਸਿਰਫ ਜਾਂ ਤਾਂ ਸਵੇਰੇ ਉੱਠ ਕੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣਾ ਹੈ, ਜਾਂ ਫਿਰ ਰੋਟੀ ਪਾਣੀ ਬਣਾਉਣਾ ਹੈ, ਜਾਂ ਆਪਣੇ ਹਸਬੈਂਡ ਦਾ ਇੰਤਜ਼ਾਰ ਕਰਨਾ ਹੈ। ਉਸ ਤੋਂ ਉੱਪਰ ਜੋ ਹੈ, ਜਿਸ ਤਰ੍ਹਾਂ ਕਿ ਸੁਮੀਤੀ ਮਹਾਜਨ ਜੀ ਦਾ ਕਹਿਣਾ ਹੈ ਕਿ ਆਖਿਰਕਾਰ ਉਸ ਤੋਂ ਉੱਪਰ ਤੁਹਾਡੀ ਸਿਹਤ ਹੈ, ਕਿਉਂਕਿ ਜੇਕਰ ਜਾਨ ਹੈ ਤਾਂ ਹੀ ਜਹਾਨ ਹੈ। ਇਸ ਕਰਕੇ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ, ਤੇ ਜੋ ਤੁਹਾਡੇ ਸ਼ੌਂਕ ਨੇ ਉਸ ਨੂੰ ਇੱਥੇ ਹੀ ਪੂਰੇ ਕਰਨੇ ਚਾਹੀਦੇ ਨੇ। ਉਹਨਾਂ ਸ਼ੌਂਕਾਂ ਨੂੰ ਅੱਗੇ ਦੇ ਲਈ ਜੋ ਡਿਲੇ ਨਹੀਂ ਕਰਨਾ ਚਾਹੀਦਾ, ਕਿਉਂਕਿ ਕੱਲ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ, ਅੱਜ ਹਾਂ ਜਾਂ ਨਹੀਂ। ਅਜਿਹੀਆਂ ਸ਼ਖਸੀਅਤਾਂ, ਅਜਿਹੀਆਂ ਇੰਟਰਵਿਊਜ਼ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਵਾਂਗੇ। ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ।